ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਜੁੜ ਚੁੱਕੇ ਹੋ ਇਸ ਗੁਰਮਤਿ ਕਲਾਸ ਦੇ ਵਿੱਚ, ਜਿਸ ਵਿੱਚ ਆਪਾਂ ਸਤਿਗੁਰਾਂ ਦੀ ਦਇਆ ਸਦਕਾ ਗੁਰਬਾਣੀ ਵਿਚਾਰ ਜੋ ਸਤਿਗੁਰਾਂ ਨੇ ਗੁਰਮਤਿ ਦੀ ਸੋਝੀ ਦੇਣ ਵਾਸਤੇ ਆਪ ਜੀ ਨੂੰ ਇੱਥੇ ਇਕੱਤਰ ਕੀਤਾ ਹੈ। ਬਹੁਤ ਬਹੁਤ ਧੰਨਵਾਦ ਆਪ ਸਮੁੱਚੀ ਸਾਧ ਸੰਗਤ ਦਾ। ਸੋ ਆਪਾਂ ਇਸ 11:30 ਵਜੇ ਵਾਲੀ ਕਲਾਸ ਦੇ ਵਿੱਚ ਹਰ ਰੋਜ਼ ਜੋ ਭਾਈ ਗੁਰਦਾਸ ਜੀ ਦੀ 11ਵੀਂ ਵਾਰ ਹੈ, ਜਿਸ ਦਾ ਟੀਕਾ ਭਾਈ ਮਨੀ ਸਿੰਘ ਜੀ ਨੇ ਕੀਤਾ ਹੈ, ਸਿੱਖਾਂ ਦੀ ਭਗਤ ਮਾਲਾ ਜਿਸ ਨੂੰ ਕਿਹਾ ਜਾਂਦਾ ਹੈ, ਉਹਦੀ ਆਪਾਂ ਹਰ ਰੋਜ਼ ਵਿਚਾਰ ਕਰਦੇ ਹਾਂ। ਆਪ ਜੀ ਸਾਰੇ ਜੁੜਦੇ ਹੋ। ਅੱਜ ਅਸੀਂ 8ਵੀਂ ਤੇ 9ਵੀਂ ਪੌੜੀ ਜਿਹੜੀ ਹੈ ਉਹਦੀ ਵਿਚਾਰ ਕਰਨੀ ਹੈ, ਜਿਹਦੇ ਵਿੱਚ ਸਿੱਖ ਦੀ ਗੁਰੂ ਨਾਲ ਪ੍ਰੀਤ ਤੇ ਗੁਰੂ ਦੀ ਸਿੱਖ ਨਾਲ ਪ੍ਰੀਤ, ਇਹਦੇ ਬਾਰੇ ਵਿਸ਼ੇਸ਼ ਤੌਰ ਤੇ ਉਦਾਹਰਨਾਂ ਦੇ ਕਰਕੇ ਭਾਈ ਸਾਹਿਬ ਜੀ ਨੇ ਸਮਝਾਇਆ ਹੈ, ਭਾਈ ਗੁਰਦਾਸ ਜੀ ਨੇ। ਸੋ ਆਪਾਂ ਇਸ ਵਾਰ ਦੀ ਇਹ ਜਿਹੜੀਆਂ ਪੌੜੀਆਂ ਹਨ 8ਵੀਂ ਤੇ 9ਵੀਂ, ਇਹਨਾਂ ਪੌੜੀਆਂ ਦੇ ਬਾਰੇ ਵਿਚਾਰ ਕਰਨੀ ਹੈ। ਸੋ ਸੰਗਤ ਜੁੜ ਚੁੱਕੀ ਹੈ। ਆਪਾਂ ਇਸ ਕਲਾਸ ਦੀ ਆਰੰਭਤਾ ਕਰਦੇ ਹਾਂ। ਫਿਰ ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਜੀ ਇਸ ਵਿਸ਼ੇਸ਼ ਗੁਰਮਤਿ ਕਲਾਸ ਦੇ ਵਿੱਚ ਜੁੜਦੇ ਹੋ। ਸੋ ਆਪਾਂ ਆਰੰਭਤਾ ਕਰਦੇ ਹਾਂ। ਮੈਂ ਆਪ ਜੀ ਦੇ ਨਾਲ ਜੋ ਸਕਰੀਨ ਹੈ, ਜੋ ਸਲਾਈਡ ਹੈ, ਉਹ ਸ਼ੇਅਰ ਕਰ ਦੇਵਾਂ। ਭਾਈ ਸਾਹਿਬ ਦੀ ਵਾਰ ਦੀ ਇਹ ਜਿਹੜੀ ਪੌੜੀ ਹੈ ਆਪ ਜੀ ਦੀ ਸਕਰੀਨ ਤੇ ਆ ਗਈ ਹੈ। 8ਵੀਂ ਪੌੜੀ ਹੈ, ਜਿਸ ਦੇ ਉੱਪਰ ਲਿਖਿਆ ਹੈ ਕਿ ਗੁਰਸਿੱਖਾਂ ਦੀ ਪ੍ਰੀਤ ਵਰਣਨ, ਕਿ ਗੁਰੂ ਦੇ ਸਿੱਖਾਂ ਦੀ ਆਪਣੇ ਗੁਰੂ ਦੇ ਨਾਲ ਕਿਹੋ ਜਿਹੀ ਪ੍ਰੀਤ ਹੋਣੀ ਚਾਹੀਦੀ ਹੈ, ਉਹਦਾ ਵਰਣਨ ਜਿਹੜਾ ਹੈ ਉਹ ਕਿਵੇਂ ਦਾ ਹੈ, ਉਹਦੇ ਬਾਰੇ ਭਾਈ ਗੁਰਦਾਸ ਜੀ ਨੇ ਜੋ ਦੱਸਿਆ ਹੈ ਉਹਨੂੰ ਪਹਿਲਾਂ ਆਪਾਂ ਜਿਹੜਾ ਹੈ ਵਿਚਾਰਾਂਗੇ। ਫਿਰ ਉਸ ਤੋਂ ਬਾਅਦ ਭਾਈ ਮਨੀ ਸਿੰਘ ਜੀ ਨੇ ਕੀ ਵਿਚਾਰ ਦਿੱਤੀ ਹੈ ਹਰ ਰੋਜ਼ ਦੀ ਤਰ੍ਹਾਂ, ਫਿਰ ਆਪਾਂ ਉਹ ਵਿਚਾਰ ਕੇ ਅੱਗੇ ਚੱਲਣਾ ਹੈ। ਸੋ ਪਹਿਲਾਂ ਆਪਾਂ ਇਸ ਪੌੜੀ ਦਾ ਮੂਲ ਪਾਠ ਕਰ ਲੈਂਦੇ ਹਾਂ, ਫਿਰ ਆਪਾਂ ਇਹਦੇ ਅਰਥ ਸਮਝਦੇ ਹਾਂ। ਭਾਈ ਸਾਹਿਬ ਜੀ ਦੱਸਦੇ ਆ, ਕਹਿੰਦੇ ਪਿਰਮ ਪਿਆਲਾ ਸਾਧ ਸੰਗ, ਸ਼ਬਦ ਸੁਰਤ ਅਨਹਦ ਲਿਵਲਾਈ, ਚੰਦ ਧਿਆਨੀ ਚੰਦ ਚਕੋਰ ਗਤ, ਅੰਮ੍ਰਿਤ ਦ੍ਰਿਸ਼ਟ ਸ੍ਰਿਸ਼ਟ ਵਰਸਾਈ, ਕਨਹਰ ਚਾਤ੍ਰਿਕ ਮੋਰ ਜਿਉ, ਅਨਹਦ ਧੁਨ ਸੁਨ ਪਾਇਲ ਪਾਈ, ਚਰਨ ਕਵਲ ਮਕਰੰਦ ਰਸ, ਸੁਖ ਸੰਪਟ ਹੋਏ ਭਵਰ ਸਮਾਈ, ਸੁਖ ਸਾਗਰ ਵਿੱਚ ਮੀਨ ਹੋਏ, ਗੁਰਮੁਖ ਚਾਲ ਨਾ ਖੋਜ ਖੁਜਾਈ, ਅਪਿਓ ਪੀਅਨ ਨਿਝਰ ਝਰਨ, ਅਜਰ ਜਰਨ ਨਾ ਅਲਖ ਲਖਾਈ, ਇੱਕੀ ਵੀਹ ਇੱਕੀ ਉਲੰਘ ਕੈ, ਗੁਰਸਿੱਖ ਗੁਰਮੁਖ ਸੁਖ ਫਲ ਪਾਈ, ਵਾਹਿਗੁਰੂ ਵੱਡੀ ਵਡਿਆਈ। ਸੋ ਭਾਈ ਗੁਰਦਾਸ ਜੀ ਸਿੱਖਾਂ ਦੀ ਗੁਰੂ ਦੇ ਨਾਲ ਕਿਵੇਂ ਦੀ ਪ੍ਰੀਤ ਹੈ ਉਹਨੂੰ ਵਰਣਨ ਕਰਦੇ ਹੋਏ ਦੱਸਦੇ ਆ, ਕਹਿੰਦੇ ਕਿ ਪਿਰਮ ਪਿਆਲਾ ਸਾਧ ਸੰਗ, ਇਹ ਪਿਰੀ ਦਾ ਪਿਆਲਾ ਹੈ, ਇਹ ਸ਼ਬਦ ਦਾ ਪਿਆਲਾ ਹੈ। ਕਿਹੜਾ ਪਿਆਲਾ? ਸਾਧ ਸੰਗ। ਸਾਧ ਸੰਗਤ ਜਿਹੜਾ ਹੈ ਨਾ, ਉਹ ਪਿਆਲਾ ਹੈ ਪਰਮਾਤਮਾ ਦੇ ਨਾਮ ਦਾ। ਸਾਧ ਸੰਗਤ, ਸਾਧ ਸੰਗਤ ਬੜੀ ਵੱਡੀ ਚੀਜ਼ ਹੈ। ਵਾਰ-ਵਾਰ ਗੱਲ ਭਾਈ ਗੁਰਦਾਸ ਜੀ ਨੇ ਸਾਧ ਸੰਗਤ ਦੀ ਕੀਤੀ ਹੈ। ਮੇਰੇ ਖਿਆਲ ਤਕਰੀਬਨ ਹੁਣ ਤੱਕ ਆਪਾਂ ਜਿਹੜੀਆਂ ਵੀ ਪੌੜੀਆਂ ਵਿਚਾਰੀਆਂ, ਸਾਧ ਸੰਗਤ ਦੀ ਗੱਲ ਉਹਦੇ ਵਿੱਚ ਆਈ ਹੀ ਆਈ ਹੈ। ਸੋ ਇਸ ਤੋਂ ਸਾਨੂੰ ਮੰਨ ਲੈਣਾ ਚਾਹੀਦਾ ਕਿ ਸਾਧ ਸੰਗਤ ਬੜੀ ਵੱਡੀ ਚੀਜ਼ ਹੈ। ਸਾਧ ਸੰਗਤ ਦੇ ਵਿੱਚ ਜਾਣਾ ਹਰ ਸਿੱਖ ਦੇ ਲਈ ਬੜਾ ਜ਼ਰੂਰੀ ਹੈ। ਸੋ ਉਹ ਕਹਿੰਦੇ ਆ ਕਿ ਜਿਹੜੀ ਸਾਧ ਸੰਗਤ ਹੈ ਨਾ, ਭਾਈ ਗੁਰਦਾਸ ਜੀ ਕਹਿੰਦੇ ਪਿਰਮ ਪਿਆਲਾ ਸਾਧ ਸੰਗ, ਉਹ ਪੀਰੀ ਦਾ ਪਿਆਲਾ ਹੈ, ਪਰਮਾਤਮਾ ਦੀ ਪ੍ਰੀਤ ਦਾ ਪਿਆਲਾ ਹੈ ਸਾਧ ਸੰਗਤ। ਸ਼ਬਦ ਸੁਰਤ ਅਨਹਦ ਲਿਵਲਾਈ, ਜਿੱਥੇ ਬੈਠ ਕੇ ਗੁਰੂ ਦੇ ਸਿੱਖ ਜਿਹੜੇ ਆ ਉਹ ਸ਼ਬਦ ਦੇ ਵਿੱਚ ਸੁਰਤ ਲਾਉਂਦੇ ਆ ਤੇ ਫਿਰ ਉਹਨਾਂ ਦੇ ਅੰਦਰ ਅਨਹਦ ਨਾਦ ਜਿਹੜਾ ਹੈ ਵੱਜਣ ਲੱਗ ਜਾਂਦਾ ਹੈ। ਸ਼ਬਦ ਸੁਰਤ
अनहद लिव लाई, उन्हां दी लिव जुड़ जाती, लिव लग जाती उस प्रीत के प्याले दे नाल, उस अकाल पुरख के शब्द के प्याले दे नाल ऐसी प्रीत लगती है कि वो फिर उन्हां दी सूरत टिक जाती है, अनहद नाद वजन लग जाते उन्हां दी सूरत दे विच। ध्यानी चंद चकोर गत, अमृत दृष्ट सृष्ट वरसाई। हुण भाई साहब ने इत्थे चंद ते चकोर की गल की है, क्योंकि जिहड़ी चकोर हुंदी है चंद वल देखदी रहिंदी है हर वेले, उन्हें मूँह अपना जिहड़ा है वो चंद वल चुक्या हुंदा है ते उहदे नाल जिहड़ी, क्योंकि जिहड़ी हुंदी है चंद की रोशनी वो बड़ी शीतल रोशनी मन्नी गई है, बड़ी ठंडक वाली रोशनी मन्नी गई है ते वो अमृत वर्गी लगदी है चकोर नूं। ते इसे तरह भाई साहब कहंदे आ कि जिवें ध्यानी चंद चकोर गत, जिवें चंद दे वल ध्यान करके चकोर जिहड़ी है ना उहदे वल वेखदी रहिंदी है ते उहदे वल ही ध्यान जिहड़ी है रखदी आ। अमृत दृष्ट सृष्ट वरसाई, उहदियां जिहड़ी है ना दृष्टि दे विच अमृत वरसदा है जदों उधर नूं वेखदी है। श्रेष्ठ अमृत वरसदा है, श्रेष्ठ जदों चंद वल देखदी रहिंदी है ना ते भावें ਉਹ होर किसे ਵੱਲ नहीं देखदी, क्योंकि ਉਹਦੀ प्रीत चंद नाल हुंदी है। इसे तरह ਜਿਹੜੇ गुरसिख ਹੁੰਦੇ ਆ ਉਹ ਇਸ ਤਰ੍ਹਾਂ ਦਾ ਆਪਣਾ ਧਿਆਨ ਰੱਖਦੇ ਆ, ਸਦਾ ਹੀ ਗੁਰੂ ਵੱਲ ਹੀ ਰਹਿੰਦੇ ਆ, ਉਹਨਾਂ ਦਾ ਇੰਨੀ ਪ੍ਰੀਤ ਗੁਰੂ ਨਾਲ ਹੁੰਦੀ ਆ ਜਿਵੇਂ ਚੰਨ ਦੀ ਪ੍ਰੀਤ ਚਕੋਰ ਦੀ ਪ੍ਰੀਤ ਚੰਨ ਨਾਲ ਤੇ ਚੰਨ ਦੀ ਚਕੋਰ ਨਾਲ ਹੁੰਦੀ। ਇਸ ਤਰ੍ਹਾਂ ਗੁਰਸਿੱਖ ਦੀ ਪ੍ਰੀਤ ਆਪਣੇ ਗੁਰੂ ਨਾਲ ਹੁੰਦੀ ਆ ਤੇ ਗੁਰੂ ਦੀ ਪ੍ਰੀਤ ਆਪਣੇ ਸਿੱਖ ਨਾਲ ਹੁੰਦੀ ਆ ਤੇ ਫਿਰ ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚ ਅੰਮ੍ਰਿਤ ਵਰਸਦਾ ਹੈ। ਫਿਰ ਉਹ ਸਦਾ ਹੀ श्रेष्ठ सृष्ट वरसाई, श्रेष्ठ अमृत किहड़ा है नाम दा अमृत, श्रेष्ठ अमृत उन्हां दी दृष्टि विच आ जांदा है। ਉਹ ਫਿਰ ਅੱਖਾਂ ਤੋਂ ਵੀ ਜਿਹੜਾ ਵਿਕਾਰ ਨਹੀਂ ਵੇਂਦੇ, ਉਹ ਸਾਰਿਆਂ ਨੂੰ ਜਿਹੜਾ ਪਿਆਰ ਨਾਲ ਵੇਖਦੇ ਆ, ਸਾਰਿਆਂ ਦੇ ਨਾਲ ਮੋਹ ਕਰਦੇ ਆ, ਸਾਰਿਆਂ ਦੇ ਨਾਲ ਜਿਹੜਾ ਹੈ ਉਹ ਸਤ ਸੰਗੀਆਂ ਦੇ ਨਾਲ ਬੈਠ ਕੇ ਤੇ ਸਤ ਸੰਗਤ ਕਰਦੇ ਆ, ਉਹਨਾਂ ਦਾ ਧਿਆਨ ਹੋਰ ਪਾਸੇ ਨਹੀਂ ਜਾਂਦਾ, ਉਹ ਸਦਾ ਹੀ ਆਪਣੇ ਗੁਰੂ ਚੰਨ ਨੂੰ ਦੇਖਦੇ ਰਹਿੰਦੇ ਆ। ਕਨ ਹਰ ਚਾਤ੍ਰਿਕ ਮੋਰ ਜਿਉ, ਅਨਹਦ ਧੁਨ ਸੁਨ ਪਾਈ ਲਪਾਈ। ਕਨ ਹਰ ਚਾਤ੍ਰਿਕ, ਕਨ ਹਰ ਹੁੰਦਾ ਹੈ ਸਵਾਂਤੀ ਬੂੰਦ, ਚਾਤ੍ਰਿਕ ਹੁੰਦਾ ਬਬੀਹਾ। ਜਿਵੇਂ ਕਹਿੰਦੇ ਬਬੀਹਾ ਸਵਾਂਤੀ ਬੂੰਦ ਦੇ ਲਈ ਉੱਡਦਾ ਹੈ ਨਾ ਕਿ ਮੇਰੇ ਮੂੰਹ ਦੇ ਵਿੱਚ ਸਵਾਂਤੀ ਬੂੰਦ ਮਿਲ ਜਾਵੇ ਮੇਰੇ ਤੇ ਮੈਂ ਤ੍ਰਿਪਤ ਹੋ ਜਾਵਾਂ, ਇਸੇ ਤਰ੍ਹਾਂ ਕਹਿੰਦੇ ਜਿਹੜੇ ਸਤ ਸੰਗੀ ਜਨ ਹੁੰਦੇ ਆ, ਜਿਹੜੇ ਗੁਰੂ ਦੇ ਪਿਆਰੇ ਹੁੰਦੇ ਆ, ਉਹ ਚਾਤ੍ਰਿਕ ਵਰਗੀ ਪ੍ਰੀਤ ਜਿਹੜੀ ਹੈ ਨਾ ਗੁਰੂ ਨੂੰ ਕਰਦੇ ਆ। ਜਿਵੇਂ ਚਾਤ੍ਰਿਕ ਦੀ ਪ੍ਰੀਤ ਹੁੰਦੀ ਹੈ ਬਰਸਾਤ ਦੇ ਪਾਣੀ ਦੇ ਨਾਲ, ਜਦੋਂ ਬਰਸਾਤ ਪੈਂਦੀ ਫਿਰ ਉੱਡਦਾ, ਇਹ ਧਰਤੀ ਤੋਂ ਕਹਿੰਦੇ ਪਾਣੀ ਨਹੀਂ ਪੀਂਦਾ, ਸਿੱਧੀ ਜਿਹੜੀ ਬੂੰਦ ਆਕਾਸ਼ ਤੋਂ ਡਿੱਗਦੀ ਉਹਨੂੰ ਪੀ ਕੇ ਤ੍ਰਿਪਤ ਹੁੰਦਾ। ਇਸੇ ਤਰ੍ਹਾਂ ਜਿਹੜਾ ਗੁਰਸਿੱਖ ਹੁੰਦਾ ਹੈ ਉਹ ਸੰਸਾਰ ਦੇ ਵਿਕਾਰਾਂ ਵਾਲੀ ਪ੍ਰੀਤ ਨਹੀਂ ਕਰਦਾ, ਸੰਸਾਰ ਦੇ ਚਿੱਕੜ 'ਚ ਨਹੀਂ ਖੁੱਭਦਾ, ਉਹ ਸਿਰਫ ਨਾਮ ਦੀ ਬੂੰਦ ਜਿਹੜੀ ਹੈ ਉਹ ਮੰਗਦਾ ਆਪਣੇ ਗੁਰੂ ਕੋਲੋਂ। ਉਹ ਹਮੇਸ਼ਾ ਗੁਰੂ ਨਾਲ ਇੰਨਾ ਪਿਆਰ ਕਰਦਾ ਜਿਵੇਂ ਚਾਤ੍ਰਿਕ ਦਾ ਕਨਹਰ ਦੇ ਨਾਲ ਹੁੰਦਾ, ਜਿਵੇਂ ਬੱਦਲਾਂ ਦੇ ਨਾਲ ਚਾਤ੍ਰਿਕ ਦਾ ਪਿਆਰ ਹੁੰਦਾ ਹੈ ਨਾ, ਕਦੋਂ ਬੱਦਲ ਵਰਨ ਤੇ ਮੈਨੂੰ ਜਿਹੜੀ ਹੈ ਸਵਾਂਤੀ ਬੂੰਦ ਮਿਲੇ, ਇਸ ਤਰ੍ਹਾਂ ਉਹ ਬੱਦਲਾਂ ਦੇ ਨਾਲ ਪਿਆਰ ਕਰਦਾ ਹੈ। ਇਸੇ ਤਰ੍ਹਾਂ ਜਿਹੜਾ ਗੁਰਸਿੱਖ ਆ ਗੁਰੂ ਦੇ ਨਾਲ ਪਿਆਰ ਕਰਦਾ ਕਿ ਗੁਰੂ ਕਦੋਂ ਕੀਰਤਨ ਸ਼ੁਰੂ ਹੋਵੇ ਤੇ ਮੈਂ ਕੀਰਤਨ ਸੁਣਾ, ਕਦੋਂ ਕਥਾ ਸ਼ੁਰੂ ਹੋਵੇ ਮੈਂ ਕਥਾ ਸੁਣਾ, ਕਦੋਂ ਮੈਂ ਬਾਣੀ ਪੜਾਂ, ਇਸ ਤਰ੍ਹਾਂ ਉਹ ਪ੍ਰੀਤ ਕਰਦਾ ਹੈ ਗੁਰੂ ਦੇ ਨਾਲ, ਚਾਤ੍ਰਿਕ ਵਰਗੀ ਪ੍ਰੀਤ। ਕਨ ਹਰ ਚਾਤ੍ਰਿਕ ਮੋਰ ਜਿਉ, ਅਨਹਦ ਧੁਨ ਸੁਣ ਪਾਈ ਲਪਾਈ। ਫਿਰ ਜਿਹੜੇ ਮੋਰ ਹੁੰਦੇ ਆ ਉਹਨਾਂ ਦੀ ਪ੍ਰੀਤ ਵੀ ਬੱਦਲ ਨਾਲ ਹੁੰਦੀ ਆ, ਜਦੋਂ ਬੱਦਲ ਚੜ ਕੇ ਆਉਂਦੇ ਆ ਤੇ ਫਿਰ ਮੋਰ ਜਿਹੜੇ ਕਨਹਰ ਦਾ ਅਰਥ ਜਿਹੜਾ ਬੱਦਲ ਹੁੰਦਾ, ਤੇ ਜਿਹੜਾ ਮੋਰ ਆ ਉਹ ਵੀ ਪਾਇਲ ਪਾਉਂਦਾ ਹੈ, ਪਾਇਲ ਪਾਉਂਦਾ ਹੈ ਤੇ ਆਪਣੇ ਆਪ ਨੂੰ ਖੜਾਓ ਦੇ ਵਿੱਚ ਆ ਜਾਂਦਾ ਹੈ। ਇਸੇ ਤਰ੍ਹਾਂ ਕਹਿੰਦੇ ਬੱਦਲਾਂ ਦੇ ਨਾਲ ਜਿਵੇਂ ਚਾਤ੍ਰਿਕ ਦੀ ਤੇ ਮੋਰ ਦੀ ਪ੍ਰੀਤੀ ਹੁੰਦੀ ਹੈ ਨਾ, ਇਸ ਤਰ੍ਹਾਂ ਸਿੱਖ ਦੀ ਪ੍ਰੀਤੀ ਜਿਹੜੀ ਹੈ ਉਹ ਸ਼ਬਦ ਦੇ ਨਾਲ ਹੈ। ਇਸ ਤਰ੍ਹਾਂ ਸਿੱਖ ਦੀ ਪ੍ਰੀਤੀ ਆਪਣੇ ਗੁਰੂ ਦੇ ਨਾਲ ਹੈ ਕਿ ਉਹ ਗੁਰੂ ਦੇ ਕੋਲੋਂ ਅਨਹਦ ਧੁਨ ਸੁਣ ਪਾਈ ਲਪਾਈ। ਜਦੋਂ ਕੀਰਤਨ ਦੀ ਧੁਨ ਸੁਣਦਾ ਹੈ, ਜਦੋਂ ਅਨਹਦ ਧੁਨ ਅੰਦਰ ਸੁਣਦਾ ਹੈ ਤੇ ਫਿਰ ਉਹਦੇ ਪਾਇਲਾਂ ਪਾਉਂਦਾ ਹੈ, ਅੰਦਰੋਂ ਖੁਸ਼ ਹੁੰਦਾ ਹੈ, ਖੜਾਓ ਦੇ ਵਿੱਚ ਆ ਜਾਂਦਾ ਉਹਦਾ ਅੰਦਰਲਾ ਹਿਰਦਾ, ਉਹਦਾ ਮਨ ਖੜਾਓ ਵਿੱਚ ਚਲਾ ਜਾਂਦਾ ਹੈ ਜਦੋਂ ਉਹ ਗੁਰੂ ਦਾ ਸ਼ਬਦ ਸੁਣਦਾ ਹੈ, ਜਦੋਂ ਗੁਰੂ ਦੁਆਰਾ ਬਖਸ਼ਿਸ਼ ਕੀਤਾ ਕੀਰਤਨ ਸੁਣਦਾ ਹੈ, ਜਾਂ ਜਦੋਂ ਵਾਹਿਗੁਰੂ ਸਿਮਰਨ ਕਰਦਾ ਤੇ ਅੰਦਰੋਂ ਅਨਹਦ ਧੁਨਾਂ ਵੱਜਦੀਆਂ, ਫਿਰ ਉਹ ਉਹਨਾਂ ਧੁਨਾਂ ਦੇ ਵਿੱਚ ਜਿਹੜਾ ਹੈ ਆਪਣਾ ਮਨ ਲਾਉਂਦਾ ਹੈ, ਖੁਸ਼ ਹੁੰਦਾ ਹੈ, ਖੜਾਓ ਦੇ ਵਿੱਚ ਰਹਿੰਦਾ। ਜਿਵੇਂ ਜਿਹੜਾ ਮੋਰ ਹੈ ਉਹ ਪਾਇਲ ਪਾਉਂਦਾ ਹੈ, ਜਿਵੇਂ ਚਾਤ੍ਰਿਕ ਬਬੀਹਾ ਜਿਹੜਾ ਹੈ ਉਹ ਉੱਡ ਕੇ ਤੇ ਸਵਾਂਤੀ ਬੂੰਦ ਪ੍ਰਾਪਤ ਕਰਦਾ ਹੈ। ਚਰਨ ਕਵਲ ਮਕਰੰਦ ਰਸ ਸੁਖ ਸੰਪਟ
ਹੋਏ ਭਵਰ ਸਮਾਈ। ਉਹ ਇਸ ਤਰ੍ਹਾਂ ਗੁਰੂ ਦੇ ਚਰਨਾਂ ਕਮਲਾਂ ਦੇ ਵਿੱਚ ਜਿਹੜਾ ਸਿੱਖ ਹੈ ਇਸ ਤਰ੍ਹਾਂ ਸਮਾ ਜਾਂਦਾ ਹੈ। ਚਰਨ ਕਮਲ ਮਕਰੰਦ ਰਸ, ਗੁਰੂ ਦੇ ਚਰਨਾਂ ਕਮਲਾਂ ਦੇ ਮਕਰੰਦ ਰਸ ਦੇ ਵਿੱਚ ਇਸ ਤਰ੍ਹਾਂ ਖੁੱਭ ਜਾਂਦਾ ਹੈ, ਜਿਵੇਂ ਸਵਾਦ ਇਸ ਤਰ੍ਹਾਂ ਲੈਂਦਾ ਹੈ ਜਿਵੇਂ ਭੌਰਾ ਹੁੰਦਾ ਹੈ ਉਹ ਉੱਡਦਾ ਆਉਂਦਾ ਫੁੱਲ ਤੇ ਬੈਠ ਜਾਂਦਾ ਹੈ, ਤੇ ਫਿਰ ਫੁੱਲ ਦੇ ਵਿੱਚੋਂ ਰਸ ਲੈਂਦਾ ਹੈ ਨਾ, ਤੇ ਫੁੱਲ ਦਾ ਰਸ ਲੈਂਦਿਆਂ ਲੈਂਦਿਆਂ ਤੇ ਉਹਦੇ ਵਿੱਚ ਹੀ ਸਮਾ ਜਾਂਦਾ ਫੁੱਲ 'ਚ। ਤੇ ਗੁਰੂ ਦਾ ਸਿੱਖ ਐਸਾ ਹੁੰਦਾ ਹੈ, ਗੁਰੂ ਨਾਲ ਉਹਦੀ ਇੰਨੀ ਕੁ ਪ੍ਰੀਤ ਹੁੰਦੀ ਹੈ, ਉਹ ਭੌਰੇ ਦੇ ਵਾਂਗ ਗੁਰੂ ਸ਼ਬਦ ਨੂੰ ਸੁਣਦਾ ਸੁਣਦਾ ਗੁਰੂ ਸ਼ਬਦ ਦਾ ਰੂਪ ਹੀ ਹੋ ਜਾਂਦਾ ਹੈ, ਗੁਰੂ ਦੇ ਵਿੱਚ ਹੀ ਸਮਾ ਜਾਂਦਾ, ਗੁਰੂ ਦਾ ਰੂਪ ਹੀ ਹੋ ਜਾਂਦਾ, ਗੁਰੂ ਦੇ ਵਾਂਗ ਹੀ ਉਹ ਜਿਸ ਤਰ੍ਹਾਂ ਫੁੱਲ ਦੇ ਵਿੱਚ ਭੌਰਾ ਬੈਠ ਕੇ ਉਹਦੇ ਵਿੱਚ ਹੀ ਸਮਾ ਜਾਂਦਾ, ਉਹਦੇ ਵਿੱਚ ਹੀ ਮਰ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਦਾ ਸਿੱਖ ਜਿਹੜਾ ਹੁੰਦਾ ਹੈ ਉਹ ਆਪਣਾ ਮਨ ਗੁਰੂ ਦੇ ਸ਼ਬਦ ਨਾਲ ਮਾਰ ਲੈਂਦਾ ਹੈ, ਆਪਣੇ ਆਪ ਨੂੰ ਗੁਰੂ ਦੇ ਦਰ ਤੇ ਸੁੱਟ ਦਿੰਦਾ ਹੈ, ਆਪਣੇ ਆਪ ਨੂੰ ਗੁਰੂ ਦੇ ਚਰਨਾਂ ਕਮਲਾਂ ਦਾ ਭੌਰਾ ਬਣਾ ਲੈਂਦਾ ਹੈ, ਤੇ ਫਿਰ ਉੱਥੋਂ ਰਸ ਲੈਂਦਾ ਨਾਮ ਦਾ, ਤੇ ਰਸ ਨਾਮ ਦਾ ਲੈ ਕੇ ਫਿਰ ਇੰਨਾ ਕੁ ਸੁੱਖ ਆਉਂਦਾ ਹੈ ਕਿ ਫਿਰ ਭੌਰੇ ਦੀ ਤਰ੍ਹਾਂ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਕਰ ਦਿੰਦਾ, ਫਿਰ ਗੁਰੂ ਦਾ ਰੂਪ ਹੋ ਜਾਂਦਾ ਹੈ ਉਹ ਸਿੱਖ ਜਿਹੜਾ ਗੁਰੂ ਦੇ ਨਾਲ ਪ੍ਰੀਤ ਪਾਉਂਦਾ। ਇਸ ਤਰ੍ਹਾਂ ਦੀ ਪ੍ਰੀਤ ਜਿਹੜੀ ਗੁਰਸਿੱਖ ਦੀ ਹੁੰਦੀ ਆ। ਸੁੱਖ ਸਾਗਰ ਵਿੱਚ ਮੀਨ ਹੋਏ, ਗੁਰਮੁਖ ਚਾਲ ਨਾ ਖੋਜ ਖੁਜਾਈ। ਹੁਣ ਜਿਹੜੀ ਮੀਨ ਹੁੰਦੀ ਆ, ਮੀਨ ਦਾ ਅਰਥ ਹੁੰਦਾ ਮੱਛੀ, ਜਿਹੜੀ ਮੱਛੀ ਹੁੰਦੀ ਆ ਉਹ ਸਾਗਰ ਦੇ ਵਿੱਚ ਪਾਣੀ ਦੇ ਵਿੱਚ ਰਹਿੰਦੀ ਆ, ਤੇ ਉਹ ਪਾਣੀ ਦੇ ਵਿੱਚ ਹੀ ਇੰਨੀ ਖੁਸ਼ ਰਹਿੰਦੀ ਆ, ਉੱਥੇ ਹੀ ਖਾਂਦੀ ਆ, ਉੱਥੇ ਹੀ ਘੁੰਮਦੀ ਫਿਰਦੀ ਰਹਿੰਦੀ ਆ ਪਾਣੀ ਦੇ ਵਿੱਚ। ਪਾਣੀ ਨਾਲ ਉਹਦੀ ਪ੍ਰੀਤ ਹੁੰਦੀ ਹੈ ਨਾ, ਪਾਣੀ ਦੇ ਨਾਲ ਉਹਦੀ ਕਿੰਨੀ ਪ੍ਰੀਤ ਹੁੰਦੀ ਹੈ, ਜੇ ਬਾਹਰ ਕੱਢੋ ਤੇ ਮਰ ਜਾਂਦੀ ਆ। ਇਸੇ ਤਰ੍ਹਾਂ ਗੁਰਸਿੱਖ ਦੀ ਗੁਰੂ ਦੇ ਨਾਲ ਇੰਨੀ ਕੁ ਪ੍ਰੀਤ ਹੁੰਦੀ ਹੈ ਕਿ ਸੁੱਖ ਸਾਗਰ ਵਿੱਚ ਮੀਨ ਹੋਏ, ਉਹ ਮੱਛੀ ਦੀ ਤਰ੍ਹਾਂ ਗੁਰੂ ਦੇ ਸ਼ਬਦ ਦੇ ਵਿੱਚ ਲੱਗਾ ਹੀ ਸੁੱਖ ਪ੍ਰਾਪਤ ਕਰਦਾ ਹੈ। ਸੁੱਖ ਸਾਗਰ ਕੀ ਹੈ? ਗੁਰੂ ਦਾ ਸ਼ਬਦ, ਉਹਦੇ ਵਿੱਚ ਜਿਹੜਾ ਲੱਗਾ ਰਹਿੰਦਾ। ਸੁੱਖ ਸਾਗਰ ਵਿੱਚ ਮੀਨ ਹੋਏ, ਗੁਰਮੁਖ ਚਾਲ ਨਾ ਖੋਜ ਖੁਜਾਈ। ਫਿਰ ਕਹਿੰਦੇ ਉਹਨਾਂ ਦੀ ਐਸੀ ਚਾਲ ਬਣ ਜਾਂਦੀ ਆ, ਐਸਾ ਉਹ ਖੋਜੀ ਹੋ ਜਾਂਦਾ ਸ਼ਬਦ ਦਾ, ਐਸਾ ਨਾਮ ਦਾ ਖੋਜੀ ਹੋ ਜਾਂਦਾ ਕਿ ਉਹਦੇ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਦਾ ਕਿ ਅੰਦਰੋਂ ਕਿਵੇਂ ਦਾ ਤੇ ਬਾਹਰੋਂ ਕਿਵੇਂ ਦਾ। ਬਾਹਰੋਂ ਉਹ ਦੂਸਰਿਆਂ ਦੇ ਨਾਲ ਜਿਹੜਾ ਹੈ ਆਮ ਹੀ ਜਿਹੜਾ ਹੈ ਵਿਵਹਾਰ ਕਰਦੇ ਆ, ਆਮ ਹੀ ਵਿਵਹਾਰ ਜਿਹੜਾ ਉਹਨਾਂ ਦਾ ਹੁੰਦਾ ਹੈ ਗੁਰਸਿੱਖਾਂ ਦਾ ਦੂਸਰਿਆਂ ਦੇ ਨਾਲ, ਹਰ ਕਿਸੇ ਦੇ ਨਾਲ, ਤੇ ਪਰ ਅੰਦਰੋਂ ਪੂਰੇ ਜੁੜੇ ਹੁੰਦੇ ਆ, ਅੰਦਰੋਂ ਪੂਰੇ ਟਿਕੇ ਹੁੰਦੇ ਆ। ਤੇ ਇਸੇ ਤਰ੍ਹਾਂ ਸੁੱਖ ਸਾਗਰ ਵਿੱਚ ਮੀਨ ਹੋਏ, ਗੁਰਮੁਖ ਚਾਲ ਨਾ ਖੋਜ ਖੁਜਾਈ। ਉਹਨਾਂ ਦੀ ਚਾਲ ਜਿਹੜੀ ਖੋਜੀ ਨਹੀਂ ਜਾ ਸਕਦੀ, ਉਹਨਾਂ ਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਕਿ ਉਹ ਬਾਹਰੋਂ ਤੇ ਦੇਖਣ ਨੂੰ ਦੁਨਿਆਵੀ ਲੱਗਦੇ ਆ, ਪਰ ਅੰਦਰੋਂ ਉਹ ਟਿਕੇ ਹੁੰਦੇ ਆ, ਅੰਦਰੋਂ ਉਹਨਾਂ ਦਾ ਮਨ ਜਿਹੜਾ ਉਹ ਟਿਕਿਆ ਹੁੰਦਾ ਗੁਰੂ ਸ਼ਬਦ ਦੇ ਵਿੱਚ। ਗੁਰੂ ਦੇ ਨਾਲ ਇੰਨੀ ਕੁ ਉਹਨਾਂ ਦੀ ਪ੍ਰੀਤ ਹੁੰਦੀ ਆ ਕਿ ਉਹ ਅੰਦਰੋਂ ਟਿਕ ਜਾਂਦੇ ਆ ਗੁਰੂ ਦੇ ਸ਼ਬਦ ਦੇ ਵਿੱਚ। ਜਿਵੇਂ ਮੱਛੀ ਜਲ ਦੇ ਵਿੱਚ ਸਦੀਵੀ ਤੌਰ ਤੇ ਰਹਿੰਦੀ ਆ, ਤੇ ਜਲ ਤੇ ਕਿਤੇ ਨੀਵੀਂ ਚਲੀ ਜਾਂਦੀ, ਕਿਤੇ ਉੱਚੀ ਚਲੀ ਜਾਂਦੀ, ਜਿਵੇਂ ਜਲ ਦੇ ਵਿੱਚ ਸਮਾਈ ਰਹਿੰਦੀ ਆ, ਇਸ ਤਰ੍ਹਾਂ ਗੁਰਸਿੱਖ ਜਿਹੜੇ ਆ ਉਹ ਗੁਰੂ ਸ਼ਬਦ ਦੇ ਵਿੱਚ ਸਮਾਏ ਰਹਿੰਦੇ ਆ, ਸੁੱਖ ਸਾਗਰ ਦੇ ਵਿੱਚ, ਗੁਰੂ ਰੂਪੀ ਸੁੱਖ ਸਾਗਰ 'ਚ ਸਮਾਏ ਰਹਿੰਦੇ ਆ। ਇਸ ਤਰ੍ਹਾਂ ਦੀ ਉਹਨਾਂ ਦੀ ਪ੍ਰੀਤ ਹੁੰਦੀ ਆ। ਆਪੇ ਉਹ ਪੀਅਨ ਨਿਝਰ ਚਰਨ, ਅਜਰ ਜਰਨ ਨਾ ਲੱਖ ਲਖਾਈ। ਆਪੇ ਉਹ ਪੀ, ਉਹ ਫਿਰ ਅੰਮ੍ਰਿਤ ਪੀਂਦੇ ਆ, ਅੰਮ੍ਰਿਤ ਝਰਦਾ ਹੈ ਉਹਨਾਂ ਦੇ ਅੰਦਰ। ਆਪੇ ਉਹ ਪੀਅਨ ਨਿਝਰ ਚਰਨ, ਜਿਹੜਾ ਅੰਦਰ ਅੰਮ੍ਰਿਤ ਝਰਦਾ ਹੈ ਨਾ, ਉਸ ਅੰਮ੍ਰਿਤ ਨੂੰ ਪੀਂਦੇ ਹਨ ਤੇ ਫਿਰ ਅਜਰ ਨੂੰ ਜਰਦੇ ਹਨ। ਅਜਰ ਕੀ ਹੈ? ਅਕਾਲ ਪੁਰਖ ਦੀ ਜੋ ਦਾਤ ਹੈ ਉਹਨਾਂ ਨੂੰ, ਫਿਰ ਉਹਨਾਂ ਦੇ ਕੋਲ ਸਾਰਾ ਕੁਛ ਆ ਜਾਂਦਾ, ਰਿੱਧੀਆਂ ਸਿੱਧੀਆਂ ਹਰ ਕੁਛ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਹਰ ਚੀਜ਼ ਦੇ ਜਿਸ ਚੀਜ਼ ਦੀ ਉਹ ਇੱਛਾ ਕਰਦੇ ਉਹਨਾਂ ਦੇ ਅੱਗੇ ਹਾਜ਼ਰ ਹੋ ਜਾਂਦੀ ਆ, ਪਰ ਗੁਰਸਿੱਖ ਉਹ ਲਿਖਾਉਂਦੇ ਨਹੀਂ ਆ। ਆਪੇ ਉਹ ਪੀਏ ਨਿਝਰ ਚਰਨ, ਅਜਰ ਜਰਨ ਨਾ ਅਲੱਖ ਲਿਖਾਈ। ਫਿਰ ਲਿਖਾਉਂਦੇ ਨਹੀਂ, ਉਹ ਸਾਹਮਣੇ ਨਹੀਂ ਦੱਸਦੇ ਕਿਸੇ ਨੂੰ ਕਿ ਮੇਰੇ ਕੋਲ ਆਹ ਸ਼ਕਤੀ ਹੈ, ਮੈਂ ਇਸ ਸ਼ਕਤੀ ਦੇ ਨਾਲ ਇਹ ਕਰ ਸਕਦਾ, ਨਹੀਂ। ਉਹਨਾਂ ਦੇ ਕੋਲ ਹੁੰਦੀਆਂ, ਉਹਨਾਂ ਨੂੰ ਅਜਰ ਨੂੰ ਜਰ ਲੈਂਦੇ ਆ, ਕਿਉਂਕਿ ਦਾਤ ਬੜੀ ਵੱਡੀ ਹੈ। ਅਜਰ ਨੂੰ ਜਰਨਾ ਬੜੀ ਵੱਡੀ ਦਾਤ ਹੈ। ਮਨੁੱਖ ਜਦੋਂ ਸਿਮਰਨ ਕਰਦਾ ਹੈ ਨਾ, ਤੇ ਜਦੋਂ ਉਹਨੂੰ ਸਾਰਾ ਕੁਝ ਪ੍ਰਾਪਤ ਹੋ ਜਾਂਦਾ, ਉਹਨੂੰ ਸੋਝੀ ਹੋ ਜਾਂਦੀ ਹੈ, ਹਰ ਤਰ੍ਹਾਂ ਦੀ ਹਰ ਚੀਜ਼ ਦੀ ਸੋਝੀ ਹੋ ਜਾਂਦੀ ਆ। ਸ਼ਬਦ ਦੇ ਨਾਲ ਉਹਦੀ ਸੂਰਤ ਐਸੀ ਜੁੜਦੀ ਆ ਕਿ ਉਹਨੂੰ ਸਾਰੀਆਂ ਦਾਤਾਂ ਪ੍ਰਾਪਤ ਹੋ ਜਾਂਦੀ। ਫਿਰ ਉਹ ਅਜਰ ਨੂੰ ਜਰਨਾ ਬੜਾ ਔਖਾ। ਕਈ ਉਹ ਅਜਰ ਨੂੰ ਜਰ ਨਹੀਂ ਸਕਦੇ, ਸ਼ਕਤੀ ਦਾ ਪ੍ਰਗਟਾਵਾ ਕਰ ਦਿੰਦੇ ਆ, ਪਰ ਜਿਹੜੇ ਗੁਰਮੁਖ ਹੁੰਦੇ ਆ ਉਹ ਗੁਰੂ ਤੇ ਭਰੋਸਾ ਰੱਖ ਕੇ ਉਹ ਆਪਣਾ ਆਪ ਲਿਖਾਉਂਦੇ ਨਹੀਂ ਆ, ਉਹ ਉਸ ਅਜਰ ਨੂੰ, ਸ਼ਕਤੀ ਨੂੰ ਜਰ ਲੈਂਦੇ ਆ ਆਪਣੇ ਹਿਰਦੇ ਦੇ ਵਿੱਚ, ਉਹਨੂੰ ਸਮਝ ਲੈਂਦੇ ਆ, ਆਪਣੇ ਅੰਦਰ ਉਹਨੂੰ ਟਿਕਾ ਲੈਂਦੇ ਆ। ਆਪੇ ਉਹ ਪੀਣ ਅੰਮ੍ਰਿਤ ਪੀਂਦੇ ਆ, ਨਿਝਰ ਝਰਨ, ਉਹਨਾਂ ਦੇ ਅੰਦਰ ਜਿਹੜਾ ਅੰਮ੍ਰਿਤ ਫਿਰ ਝਰਨ ਲੱਗ ਜਾਂਦਾ, ਨਾਮ ਦਾ ਅੰਮ੍ਰਿਤ। ਅਜਰ ਜਰਨ, ਫਿਰ ਉਹ ਅਜਰ ਨੂੰ ਜਰਨ ਲੱਗ ਜਾਂਦੇ ਆ। ਨਾ ਅਲੱਖ ਲਿਖਾਈ, ਫਿਰ ਉਹ ਆਪਣੇ ਆਪ ਨੂੰ ਲਿਖਾਉਂਦੇ ਨਹੀਂ ਆ। ਅਲੱਖ ਜੋ ਹੈ ਪ੍ਰਮਾਤਮਾ ਉਹਨਾਂ ਦੇ ਅੰਦਰ ਹੈ, ਉਹ ਹਰ ਕਿਸੇ ਨੂੰ ਨਹੀਂ ਦੱਸਦੇ ਕਿ ਮੈਂ ਜਿਹੜਾ ਹੈ
ਇੰਨਾ ਕੁਛ ਮੇਰੇ ਕੋਲ ਆ ਗਿਆ ਗੁਰੂ ਦੀਆਂ ਦਿੱਤੀਆਂ ਦਾਤਾਂ ਚੋਂ, ਫਿਰ ਲਿਖਾਉਂਦੇ ਨਹੀਂ ਆਪਣਾ ਆਪ। ਵੀ 21 ਹੀ ਉਲੰਘ ਕੈ ਗੁਰਸਿੱਖ ਗੁਰਮੁਖ ਫਲ ਪਾਈ। ਫਿਰ ਵਿਕੀ 20 ਜਿਹੜੇ ਵਿਸਵੇ ਭਾਵ ਤ੍ਰੈ ਗੁਣ ਮਾਇਆ ਜਿਹੜੀ ਹੈ, ਜੋ ਆਪਾਂ ਉਸ ਦਿਨ ਗੱਲ ਕੀਤੀ ਸੀ 20 ਵਿਸਵਿਆਂ ਦੀ, ਉਹ 20 ਵਿਸਵੇ ਲੰਘ ਕੇ ਤੇ 21ਵਾਂ ਕੀ ਹੈ ਤੁਰਿਆ ਪਦ, ਜਿੱਥੇ ਦਸਮ ਦਵਾਰ ਹੈ ਉਸ ਦਸਮ ਦੁਆਰੇ ਨੂੰ ਵੀ ਲੰਘ ਜਾਂਦੇ ਆ, ਕਿਉਂਕਿ ਜਿਹੜੇ ਜੋਗੀ ਲੋਕ ਹੁੰਦੇ ਆ ਦਸਮ ਦੁਆਰੇ ਤੱਕ ਉਹਨਾਂ ਦੀ ਪਹੁੰਚ ਹੁੰਦੀ ਆ, ਪਰ ਜਿਹੜੇ ਗੁਰਮੁਖ ਹੁੰਦੇ ਆ ਉਹ ਦਸਮ ਦੁਆਰੇ ਤੋਂ ਵੀ ਅੱਗੇ ਜਿਹੜਾ ਪਹੁੰਚ ਜਾਂਦੇ ਆ, ਤੁਰਿਆ ਪਦ ਤੋਂ ਵੀ ਗਾਂ। 20 ਜਿਹੜਾ ਹੈ 20 ਵਿਸਵੇ ਹੈ ਸੰਸਾਰ ਦੀ ਮਾਇਆ, ਤੇ ਫਿਰ 21 ਵਿਸਵੇ ਕੀ ਹੈ, 21ਵਾਂ ਵਿਸਵਾ ਜਿਹੜਾ ਹੈ ਇੱਥੇ ਗੱਲ ਕੀਤੀ 21 ਵਿਸਵੇ ਦੀ ਤੁਰਿਆ ਪਦ, ਜਿਹੜਾ ਹੁੰਦਾ ਹੈ ਦਸਮ ਦੁਆਰ, ਜਿਹਦਾ ਖੁੱਲ ਜਾਂਦਾ ਹੈ, ਜਿਹਨੂੰ ਦਸਮ ਦੁਆਰ ਦੀ ਪ੍ਰਾਪਤੀ ਹੁੰਦੀ ਹੈ। ਪਰ ਗੁਰਸਿੱਖ ਸਿਰਫ 10ਵੇਂ ਦੁਆਰ ਤੱਕ ਹੀ ਸੀਮਤ ਨਹੀਂ ਰਹਿੰਦੇ, ਉਹ ਉਹਨੂੰ ਵੀ ਲੰਘ ਜਾਂਦੇ ਆ, ਉੱਥੋਂ ਗਾਂਹ ਲੰਘ ਕੇ ਤੇ ਜਿੱਥੇ ਪਰਮੇਸ਼ਰ ਦਾ ਸੱਚਖੰਡ ਦਰਬਾਰ ਹੈ ਉੱਥੋਂ ਤੱਕ ਪਹੁੰਚ ਕਰਦੇ ਆ ਜਿਹੜੇ ਗੁਰਸਿੱਖ ਹੁੰਦੇ ਆ, ਉੱਥੋਂ ਤੱਕ ਉਹਨਾਂ ਦੀ ਪਹੁੰਚ ਹੋ ਜਾਂਦੀ ਆ। ਗੁਰੂ ਦੇ ਸਿੱਖ ਫਿਰ ਉੱਥੇ ਗੁਰੂ ਦੇ ਮੁਖ ਦਾ ਫਲ, ਭਾਵ ਉੱਥੋਂ ਜਾ ਕੇ ਗੁਰਸਿੱਖ ਗੁਰਮੁਖ ਸੁਖ ਫਲ ਪਾਈ, ਉੱਥੋਂ ਸੁਖ ਦਾ ਫਲ ਪ੍ਰਾਪਤ ਕਰਦੇ ਆ। ਜਿਹੜੇ ਗੁਰਸਿੱਖ ਹੁੰਦੇ ਆ ਗੁਰੂ ਦੇ ਮੁਖ ਦੁਆਰਾ ਨਿਕਲੇ ਹੋਇਆ ਸ਼ਬਦ ਲੈ ਕੇ ਸੁਖ ਫਲ ਪਾਉਂਦੇ ਆ, ਫਿਰ ਉਹਨਾਂ ਨੂੰ ਸੁਖੀ ਵਸਦੇ ਆ, ਉਹ ਫਿਰ ਸਦੀਵੀ ਆਨੰਦ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ। ਵਾਹਿਗੁਰੂ ਵੱਡੀ ਵਡਿਆਈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਵਾਹਿਗੁਰੂ ਦੀ ਉਸ ਅਕਾਲ ਪੁਰਖ ਦੀ ਵੱਡੀ ਵਡਿਆਈ ਹੈ ਕਿ ਗੁਰਸਿੱਖਾਂ ਦੀ ਇਸ ਤਰ੍ਹਾਂ ਦੀ ਪ੍ਰੀਤ ਗੁਰੂ ਦੇ ਨਾਲ ਹੈ। ਇਸ ਤਰ੍ਹਾਂ ਉਹ ਚੰਦ ਦੀ ਤਰ੍ਹਾਂ, ਚਕੋਰ ਦੀ ਤਰ੍ਹਾਂ ਪ੍ਰੀਤ, ਜਿਹੜਾ ਜਿਵੇਂ ਚਕੋਰ ਚੰਦ ਨੂੰ ਕਰਦੀ ਹੈ, ਜਿਵੇਂ ਬੱਦਲਾਂ ਦੇ ਨਾਲ ਚਾਤਰਿਕ ਦੀ ਤੇ ਮੋਰ ਦੀ, ਬਬੀਹੇ ਦੀ ਤੇ ਮੋਰ ਦੀ ਪ੍ਰੀਤ ਹੁੰਦੀ ਹੈ, ਜਿਵੇਂ ਭੌਰੇ ਦੀ ਹੁੰਦੀ ਹੈ ਫੁੱਲ ਦੇ ਨਾਲ, ਤੇ ਜਿਵੇਂ ਮੱਛੀ ਦੀ ਪਾਣੀ ਦੇ ਨਾਲ, ਸਾਗਰ ਦੇ ਨਾਲ ਪ੍ਰੀਤ ਹੁੰਦੀ ਹੈ, ਇਸ ਤਰ੍ਹਾਂ ਗੁਰਸਿੱਖ ਦੀ ਪ੍ਰੀਤ ਜਿਹੜੀ ਆਪਣੇ ਗੁਰੂ ਨਾਲ ਹੁੰਦੀ ਹੈ। ਜਾਂ ਕਹਿ ਲਓ ਕਿ ਇਸ ਤਰ੍ਹਾਂ ਦੀ ਪ੍ਰੀਤ ਇੱਕ ਗੁਰਸਿੱਖ ਦੀ ਆਪਣੇ ਗੁਰੂ ਦੇ ਨਾਲ ਹੋਣੀ ਚਾਹੀਦੀ ਹੈ, ਤਾਂ ਕਿ ਉਹ ਆਪਣਾ ਜੀਵਨ ਜਿਹੜਾ ਸਵਾਰ ਸਕੇ। ਉਹ ਫਿਰ 21-20 ਉਲੰਘ ਕੇ ਗੁਰਸਿੱਖ ਸੁਖ ਫਲ, ਗੁਰਸਿੱਖ ਗੁਰਮੁਖ ਸੁਖ ਫਲ ਪਾਈ, ਫਿਰ ਉਹ ਸੁਖ ਫਲ ਪ੍ਰਾਪਤ ਕਰਨ। ਇਹ ਉਹਨਾਂ ਦੀ ਵੱਡੀ ਵਡਿਆਈ ਹੈ ਵਾਹਿਗੁਰੂ ਦੀ, ਜਿਨ੍ਹਾਂ ਨੂੰ ਇਹ ਪ੍ਰੀਤ ਲੱਗੀ ਹੈ, ਜਿਨ੍ਹਾਂ ਨੂੰ ਉਸ ਵਾਹਿਗੁਰੂ ਨੇ ਪ੍ਰੀਤ ਲਾਈ ਹੈ। ਸੋ ਇਹ ਜਿਹੜੀ ਹੈ ਆਪਾਂ ਪੌੜੀ ਵਿਚਾਰੀ ਹੈ। ਉਪਰੰਤ ਆਪਾਂ ਜਿਹੜੀ ਇਸ ਤੋਂ ਅਗਲੀ ਪੌੜੀ ਉਹਦੀ ਆਰੰਭਤਾ ਵਾਹਿਗੁਰੂ ਪਹਿਲਾਂ ਭਾਈ ਮਨੀ ਸਿੰਘ ਜੀ ਨੇ ਜੋ ਦੱਸਿਆ ਹੈ ਇਹਦੇ ਬਾਰੇ, ਉਹ ਆਪਾਂ ਵਿਚਾਰ ਕੇ ਅੱਗੇ ਚੱਲਦੇ ਹਾਂ। ਭਾਈ ਮਨੀ ਸਿੰਘ ਜੀ ਕਹਿੰਦੇ ਆ, ਸਤਿਗੁਰਾਂ ਨੇ ਕਿਰਪਾ ਕਰਕੇ ਸਿੱਖਾਂ ਨੂੰ ਗਿਆਨ ਦੇकर ਦੇ ਅਭਿਮਾਨ ਨਾਸ਼ ਕਰਕੇ 4 ਵਰਨ ਥੀ 1 ਵਰਨ ਕੀਤਾ ਹੈ। ਕੱਲ ਵਾਲਾ ਆ ਗਿਆ ਵਾਹਿਗੁਰੂ। ਵਾਹਿਗੁਰੂ। ਹਾਂਜੀ, ਭਾਈ ਮਨੀ ਸਿੰਘ ਜੀ ਨੇ ਕੀ ਵਿਚਾਰ ਦਿੱਤਾ, ਮੈਂ ਥੋੜਾ ਜਿਹਾ ਜਿਹੜਾ ਹੈ ਆਪ ਜੀ ਨੂੰ ਫਿਰ ਦੁਬਾਰੇ ਲੈ ਕੇ ਆਉਣਾ ਇੱਥੇ। ਜੋ ਭਾਈ ਗੁਰਦਾਸ ਜੀ ਨੇ ਇਹ 11ਵੀਂ ਵਾਰ ਰਚਿਤ ਕੀਤੀ ਨਾ, ਮੇਰੇ ਕੋਲ ਭੁਲੇਖੇ ਨਾਲ ਸਕਰੀਨਸ਼ਾਟ ਗਲਤ ਲਿਆ ਗਿਆ ਮੈਨੂੰ ਲੱਗਦਾ, ਇਸ ਕਰਕੇ ਜੋ ਅੱਜ ਦਾ ਵਿਚਾਰ ਜੋ ਦਿੱਤਾ ਹੈ ਗੁਰਸਿੱਖਾਂ ਦੀ ਪ੍ਰੀਤ ਕੀ ਹੈ ਗੁਰੂ ਦੇ ਨਾਲ, ਉਹ ਮੈਂ ਆਪ ਜੀ ਨਾਲ ਹੁਣੇ 1 ਮਿੰਟ 'ਚ ਸਾਂਝੀ ਕਰਦਾ ਹਾਂ। ਹਾਂਜੀ ਹਾਂਜੀ, ਭਾਈ ਮਨੀ ਸਿੰਘ ਜੀ ਕਹਿੰਦੇ ਆ ਕਿ ਇਹ ਜਿਹੜਾ ਸ਼ਬਦ ਹੈ ਨਾ, ਇਹੋ ਸ਼ਬਦ ਘਰ ਬੈਠ ਕੇ ਵੀ ਪੜੀਦਾ ਹੈ, ਸ਼ਬਦ ਦੀ ਘਰ ਬੈਠ ਕੇ ਵੀ ਕਮਾਈ ਹੋ ਸਕਦੀ ਹੈ ਜਿਹੜੇ ਗੁਰਸਿੱਖ ਸ਼ਬਦ ਪੜ੍ਹਦੇ ਆ, ਬਾਣੀ ਵਿਚਾਰਦੇ ਆ। ਪਰ ਜੇ ਸਾਧ ਸੰਗਤ ਵਿੱਚ ਜਾਇ ਕੇ ਕਥਾ ਕੀਰਤਨ ਸੁਣੀਦਾ ਹੈ ਤਾਂ ਉੱਥੇ ਪਰਮ ਰਸ ਦਾ ਪਿਆਲਾ ਪੀਵੀਦਾ ਹੈ। ਸਾਧ ਸੰਗਤ ਵਿੱਚ ਜਾ ਕੇ ਜਦੋਂ ਮਨੁੱਖ ਸ਼ਬਦ ਸੁਣਦਾ, ਉੱਥੇ ਪਰਮ ਰਸ ਭਾਵ ਉਸ ਪਰਮਾਤਮਾ ਦੇ ਪਿਆਰੇ ਦਾ ਰਸ ਜਿਹੜਾ ਹੈ, ਨਾਮ ਦਾ ਰਸ ਜਿਹੜਾ ਉੱਥੇ
ਪ੍ਰਾਪਤ ਹੁੰਦਾ ਹੈ। ਫਿਰ ਅੰਤਰਮੁਖੀ ਅਨਹਦ ਸ਼ਬਦ ਖੁੱਲ ਜਾਂਦਾ ਹੈ, ਫਿਰ ਉਹਦਾ ਅੰਦਰ ਖੁੱਲ ਜਾਂਦਾ ਹੈ, ਅੰਦਰੋਂ ਜਿਹੜਾ ਸ਼ਬਦ ਹੈ ਨਾ ਪ੍ਰਗਟ ਹੋ ਜਾਂਦਾ ਹੈ, ਅਨਹਦ ਸ਼ਬਦ ਖੁੱਲ ਜਾਂਦਾ। ਇੱਕ ਸ਼ਬਦ ਅਸੀਂ ਬਾਹਰੋਂ ਜਪਦੇ ਹਾਂ, ਫਿਰ ਸਾਡੇ ਜਿਹੜਾ ਅੰਦਰ ਸ਼ਬਦ ਹੈ ਨਾ, ਜਿਹੜਾ ਹਰ ਘਟ ਘਟ ਦੇ ਵਿੱਚ ਸ਼ਬਦ ਵਸਿਆ ਹੋਇਆ, ਉਹ ਸ਼ਬਦ ਜਿਹੜਾ ਨਾ ਅਨਹਦ ਸ਼ਬਦ ਉਹ ਖੁੱਲ ਜਾਂਦਾ ਹੈ। ਜੈਸੇ ਚੰਦਰਮਾ ਨੂੰ ਧਿਆਨ ਲਾਇ ਕੇ ਚਕੋਰ ਦੇਖਦਾ ਹੈ ਤੇ ਅੰਮ੍ਰਿਤ ਕਿਰਨਾਂ ਪੀਂਦਾ ਹੈ ਤਾਂ ਅਗਨ ਵੀ ਉਸ ਨੂੰ ਸੁਖਦਾਈ ਹੁੰਦੀ ਹੈ। ਕਹਿੰਦੇ ਜਿਵੇਂ ਚਕੋਰ ਦਾ ਧਿਆਨ ਹੁੰਦਾ ਹੈ ਤੇ ਉਹ ਅੰਮ੍ਰਿਤ ਕਿਰਨਾਂ ਜਿਹੜੀਆਂ ਉਹਦੇ ਵੱਲੋਂ ਆ ਰਹੀਆਂ ਚੰਦਰਮਾ ਤੋਂ, ਉਹਨਾਂ ਨੂੰ ਪੀਂਦਾ ਹੈ ਤੇ ਉਹਦੇ ਵਾਸਤੇ ਜਿਹੜਾ ਅਗਨ ਵੀ ਸੁਖਦਾਈ ਹੁੰਦੀ ਹੈ। ਤੇ ਇਸੇ ਗੁਰੂ ਕੇ ਸਿੱਖ ਸਾਧ ਸ਼ਬਦ ਦਾ ਧਿਆਨ ਕਰਕੇ ਸੁਣਦੇ ਹਨ, ਤਦ ਮਾਇਆ ਦੀ ਕਿਰਤ ਵੀ ਉਹਨਾਂ ਨੂੰ ਪਰ ਸਵਾਰਥ ਕਰਕੇ ਸੁਖ ਦਿੰਦੀ ਹੈ। ਜਿਹੜੀ ਮਾਇਆ ਦੀ ਕਿਰਤ ਹੈ ਨਾ, ਭਾਵੇਂ ਮਾਇਆ ਦੇ ਵਿੱਚ ਲੱਗੇ ਰਹਿੰਦੇ ਆ, ਪਰ ਧਿਆਨ ਉਹਨਾਂ ਦਾ ਸ਼ਬਦ ਦੇ ਵਿੱਚ ਹੁੰਦਾ ਹੈ, ਸਦਾ ਹੀ ਉਹ ਸ਼ਬਦ ਦੇ ਵਿੱਚ ਲੱਗੇ ਰਹਿੰਦੇ ਆ। ਧਿਆਨ ਉਹਨਾਂ ਦਾ ਹਮੇਸ਼ਾ ਹੀ ਸ਼ਬਦ ਦੇ ਨਾਲ ਜਿਹੜਾ ਜੁੜਿਆ ਹੁੰਦਾ, ਜਿਹੜੇ ਗੁਰਸਿੱਖ ਹੁੰਦੇ ਆ। ਮਾਇਆ ਦੀ ਕਿਰਤ ਵੀ ਉਹਨਾਂ ਨੂੰ ਪਰ ਸਵਾਰਥ ਕਰਕੇ ਸੁਖ ਦਿੰਦੀ ਹੈ। ਮਾਇਆ ਦੀ ਜਿਹੜੀ ਹੈ ਨਾ, ਜਿਹੜੀ ਮਾਇਆ ਹੈ, ਉਹ ਕਿਰਤ ਕਰਕੇ ਮਾਇਆ ਇਕੱਠੀ ਕਰਦੇ ਆ, ਸੰਸਾਰੀ ਕਾਰ ਵਿਹਾਰ ਵੀ ਆਪਣੇ ਕਰਦੇ ਆ, ਆਪਣਾ ਜਿਹੜਾ ਕਾਰੋਬਾਰ ਉਹਦੇ ਨਾਲ ਚਲਾਉਂਦੇ ਆ, ਤੇ ਉਹ ਵੀ ਉਹਨਾਂ ਨੂੰ ਸੁਖ ਦਿੰਦੀ ਹੈ। ਜੈਸੇ ਮੋਰ ਮੇਘ ਦੀਆਂ ਧੁਨਾਂ ਨੂੰ ਸੁਣ ਕੇ ਪ੍ਰਸੰਨ ਹੋਏ ਕੈ ਪਾਇਲ ਪਾਉਂਦਾ ਹੈ, ਜਿਵੇਂ ਮੋਰ ਜਿਹੜਾ ਉਹ ਬੱਦਲ ਦੀਆਂ ਧੁਨਾਂ ਨੂੰ ਸੁਣ ਕੇ, ਜਦੋਂ ਬੱਦਲ ਗੱਜਦੇ ਸੁਣ ਕੇ ਉਹ ਪਾਇਲਾਂ ਪਾਉਂਦਾ ਹੈ, ਤੈਸੇ ਗੁਰੂ ਕੇ ਸਿੱਖ ਕਥਾ ਕੀਰਤਨ ਨੂੰ ਸੁਣ ਕੇ ਉਹਨਾਂ ਦਾ ਮਨ ਪਿਆ ਪਾਇਲਾਂ ਪਾਉਂਦਾ ਹੈ। ਜਦੋਂ ਕਿਤੇ ਕੀਰਤਨ ਹੁੰਦਾ ਹੋਵੇ, ਗੁਰੂ ਦਾ ਸਿੱਖ ਭੱਜ ਕੇ ਕੀਰਤਨ ਸਰਵਣ ਕਰਨ ਜਾਂਦਾ, ਭੱਜ ਕੇ ਕਥਾ ਸਰਵਣ ਕਰਨ ਜਾਂਦਾ ਹੈ, ਇਸ ਤਰ੍ਹਾਂ ਉਹਦਾ ਵੀ ਮਨ ਜਿਹੜਾ ਪਾਇਲਾਂ ਪਾਉਂਦਾ ਹੈ ਕਥਾ ਕੀਰਤਨ ਸੁਣਨ ਵਾਸਤੇ। ਜਿਵੇਂ ਭਵਰ ਕਵਲ ਦੀਆਂ ਤੁਰੀਆਂ ਵਿੱਚ ਬੈਠ ਕੇ ਵਾਸ਼ਨਾ ਲੈਂਦਾ ਹੈ ਤਾਂ ਉਸ ਨੂੰ ਬਾਂਸਾਂ ਦਾ ਬਣ ਭੁੱਲ ਜਾਂਦਾ ਹੈ। ਜਿਵੇਂ ਭਵਰ ਹੁੰਦਾ ਹੈ, ਉਹ ਵੀ ਉੜਦਾ ਉੜਦਾ ਫੁੱਲ ਤੇ ਜਾ ਕੇ ਬੈਠ ਜਾਂਦਾ, ਫਿਰ ਉਹਨੂੰ ਸਾਰਾ ਜਿਹੜਾ ਬਾਨਿਆ ਭਾਵ ਹੋਰ ਸਾਰੇ ਕੁਛ ਦੀ ਸੂਝੀ ਜਿਹੜੀ ਉਹ ਭੁੱਲ ਜਾਂਦੀ ਹੈ, ਉਹ ਸਿਰਫ ਤੇ ਸਿਰਫ ਫੁੱਲ ਦੀ ਹੀ ਵਾਸ਼ਨਾ ਲੈਂਦਾ ਹੈ। ਐਸੇ ਸਿੱਖ ਸ਼ਬਦ ਦੇ ਵਿਚਾਰਨ ਵਿੱਚ ਮਨ ਦੇਵਦੇ ਹਨ ਤੇ ਨੇਤਰ ਤੇ ਕਰਨ ਸ਼ਬਦ ਦੇ ਸਮੂਹੇ ਰੱਖਦੇ ਹਨ, ਤਾਂ ਬਾਹਰ ਦੀ ਗੱਲ ਉਹਨਾਂ ਨੂੰ ਚਿੱਤ ਨਹੀਂ ਰਹਿੰਦੀ। ਫਿਰ ਜਿਹੜੇ ਗੁਰਸਿੱਖ ਆ ਉਹ ਸ਼ਬਦ ਨੂੰ ਵਿਚਾਰਦੇ ਆ, ਮਨ ਜਿਹੜਾ ਸ਼ਬਦ ਚ ਲਾ ਦਿੰਦੇ, ਨੇਤਰ ਨਾਲ ਸ਼ਬਦ ਵੇਖਦੇ ਆ, ਬਾਣੀ ਵੇਖਦੇ ਆ, ਤੇ ਨੇਤਰਾਂ ਦੇ ਨਾਲ ਸ਼ਬਦ, ਤੇ ਕੰਨਾਂ ਦੇ ਨਾਲ ਕਰਨ ਸ਼ਬਦ, ਕਰਨ ਦਾ ਅਰਥ ਕੰਨ, ਕੰਨਾਂ ਦੇ ਨਾਲ ਸ਼ਬਦ ਹੀ ਸੁਣਦੇ ਆ। ਆਪਣੇ ਕੰਨ ਵੀ ਨੇਤਰ ਵੀ ਸ਼ਬਦ ਦੇ ਵਿੱਚ ਹੀ ਰੱਖਦੇ ਆ, ਮਨ ਵੀ ਸ਼ਬਦ ਦੇ ਵਿੱਚ ਰੱਖਦੇ ਆ। ਬਾਹਰ ਦੀਆਂ ਗੱਲਾਂ ਨੂੰ ਆਪਣੇ ਚਿੱਤ ਦੇ ਵਿੱਚ ਨਹੀਂ ਲੈ ਕੇ ਆਉਂਦੇ, ਬਾਹਰ ਦੀ ਹੋਰ ਕਿਸੇ ਵੀ ਗੱਲ ਨੂੰ ਉਹ ਮਨ ਚ ਨਹੀਂ ਲੈ ਕੇ ਆਉਂਦੇ, ਸਿਰਫ ਤੇ ਸਿਰਫ ਸ਼ਬਦ ਦੀ ਗੱਲ ਹੀ ਕਰਦੇ ਆ, ਸ਼ਬਦ ਹੀ ਸੁਣਦੇ ਆ। ਜੈਸੇ ਸਮੁੰਦਰ ਵਿੱਚ ਮੱਛੀ ਦੀ ਚਾਲ ਲੱਖੀ, ਜਿਵੇਂ ਕਹਿੰਦੇ ਸਮੁੰਦਰ ਦੇ ਵਿੱਚ ਜਿਹੜੀ ਮੱਛੀ ਦੀ ਚਾਲ ਹੁੰਦੀ ਆ ਉਹ ਲੱਖੀ ਨਹੀਂ ਜਾਂਦੀ, ਭਾਵ ਕਹੀ ਨਹੀਂ ਜਾਂਦੀ, ਉਹ ਪਾਣੀ ਦੇ ਵਿੱਚ ਹੀ ਆਨੰਦ ਮਾਣਦੀ ਆ। ਐਸੇ ਅੱਠੇ ਪੈਰ ਉਹਨਾਂ ਦਾ ਮਨ ਸ਼ਬਦ ਦੇ ਵਿਚਾਰ ਵਿੱਚ ਰਹਿੰਦਾ ਹੈ। ਉਸੇ ਤਰ੍ਹਾਂ ਗੁਰਸਿੱਖਾਂ ਦਾ ਮਨ ਜਿਹੜਾ ਹੈ ਨਾ, ਉਹ ਸ਼ਬਦ ਦੀ ਵਿਚਾਰ ਦੇ ਵਿੱਚ ਲੱਗਾ ਰਹਿੰਦਾ ਹੈ। ਗੁਰਸਿੱਖਾਂ ਦੀ ਚਾਲ ਕੋਈ ਲੱਖ ਨਹੀਂ ਸਕਦਾ, ਗੁਰਸਿੱਖਾਂ ਦੀ ਚਾਲ ਜਿਹੜੀ ਉਹ ਲੱਖ ਨਹੀਂ ਸਕਦਾ, ਦੱਸ ਨਹੀਂ ਸਕਦਾ ਕਿ ਇਹਦਾ ਕਿੰਨਾ ਕੁ ਮਨ ਜਿਹੜਾ ਗੁਰੂ ਦੇ ਨਾਲ ਜੁੜਿਆ ਹੈ। ਬਾਹਰੋਂ ਕਾਰ ਵਿਹਾਰ ਵੀ ਕਰਦੇ ਆ ਤੇ ਅੰਦਰੋਂ ਗੁਰੂ ਨਾਲ ਜੁੜੇ ਰਹਿੰਦੇ ਆ। ਅੰਮ੍ਰਿਤ ਨਾਮ ਨੂੰ ਪੀਂਦੇ ਹਨ, ਉਹ ਫਿਰ ਅੰਮ੍ਰਿਤ ਨਾਮ ਜਿਹੜਾ ਨੂੰ ਪੀਂਦੇ ਆ ਤੇ ਪ੍ਰੇਮ ਕਰਕੇ ਉਹਨਾਂ ਦੇ ਇੰਦਰੇ ਰੂਪੀ ਝਰਨਿਆਂ ਵਿੱਚੋਂ ਸ਼ਬਦ ਦਾ ਜੋ ਰਸਨਾ ਕਰਕੇ ਉਚਾਰ ਵੀ ਕਰਦੇ ਹਨ, ਸੋਈ ਅੰਮ੍ਰਿਤ ਝਰਦਾ ਹੈ। ਫਿਰ ਉਹ ਜਿਹੜੀ ਇੰਦਰੀਆਂ ਦੇ ਕਰਕੇ ਉਹ ਹਰ ਕਿਸੇ ਨੂੰ ਵੇਖਦੇ ਵੀ ਪਿਆਰ ਨਾਲ, ਇੰਦਰੀ ਵੀ ਉਹਨਾਂ ਦੇ ਟਿਕ ਜਾਂਦੇ ਆ, ਮਨ ਵਿਕਾਰੀ ਨਹੀਂ ਹੁੰਦਾ। ਫਿਰ ਇਹ ਜਿਹੜੇ ਇੰਦਰੀ ਆ, ਇਹਨਾਂ ਵਿੱਚ ਵਿਗਿਆਨ ਹੀ ਵਰਦਾ ਹੈ, ਸ਼ਬਦ ਹੀ ਵਰਦਾ ਹੈ, ਤੇ ਉਹਨੂੰ ਕਹਿੰਦੇ ਆ ਕਿ ਉਹ ਚੱਖਦੇ ਆ, ਫਿਰ ਰਸਨਾ ਕਰਕੇ ਉਚਾਰਦੇ ਵੀ ਹਨ, ਰਸਨਾ ਕਰਕੇ ਉਸ ਸ਼ਬਦ ਨੂੰ ਉਚਾਰਦੇ ਵੀ ਆ। ਸੋਈ ਅੰਮ੍ਰਿਤ ਝਰਦਾ ਹੈ, ਇਹੋ ਉਹਨਾਂ ਦਾ ਜਿਹੜਾ ਹੈ ਅੰਮ੍ਰਿਤ ਉਹਨਾਂ ਦੇ ਅੰਦਰ ਝਰਦਾ ਹੈ, ਜਿਹੜੇ ਗੁਰਸਿੱਖ ਨਾਮ ਦੇ ਨਾਲ ਪ੍ਰੀਤ ਪਾਉਂਦੇ ਆ। ਤੇ ਕਾਮ ਕ੍ਰੋਧ ਆਦਿ ਅਜਰ ਨੂੰ ਜਰਦੇ ਹਨ, ਕਾਮ ਕ੍ਰੋਧ ਨੂੰ ਜਿਹੜਾ ਹੈ ਉਹ ਜਰ ਜਾਂਦੇ ਆ, ਭਾਵ ਕਾਮ ਕ੍ਰੋਧ ਦੇ ਉੱਤੇ ਆਪਣੀ ਜਿੱਤ ਪ੍ਰਾਪਤ ਕਰ ਲੈਂਦੇ ਆ, ਔਰ ਆਪਣੀ ਚਾਲ ਕਿਸੇ ਨੂੰ ਲਿਖਾਉਂਦੇ ਨਹੀਂ, ਆਪ ਨੂੰ ਨੀਚ ਕਹਾਉਂਦੇ ਹਨ। ਆਪਣੀ ਚਾਲ ਨਹੀਂ ਲਿਖਾਉਂਦੇ ਕਿ ਮੈਂ ਬੜਾ ਚੰਗਾ ਹਾਂ, ਮੈਂ ਬੜੀ ਬਾਣੀ ਪੜ੍ਹਦਾ, ਇਸ ਤਰ੍ਹਾਂ ਨਹੀਂ ਲਿਖਾਉਂਦੇ। ਉਹ ਆਪਣੇ ਆਪ ਨੂੰ ਨੀਚ ਸਦਾਉਂਦੇ ਆ ਕਿ ਮੈਨੂੰ ਤੇ ਕੁਛ ਵੀ ਨਹੀਂ ਪਤਾ, ਮੇਰੇ ਤੇ ਉੱਤੇ ਗੁਰੂ ਨੇ ਕਿਰਪਾ ਕੀਤੀ ਕਿ ਮੈਂ ਬਾਣੀ ਪੜ੍ਹਨ ਲੱਗਾ ਹਾਂ, ਬਸ ਇਸ ਤਰ੍ਹਾਂ ਕਹਿੰਦੇ ਆ, ਆਪਣੇ ਆਪ ਨੂੰ ਨੀਚ ਜਨਾਉਂਦੇ ਆ। 20 ਵਿਸਵੇ 3 ਗੁਣ ਹਨ ਤੇ 21 ਤੁਰਿਆ ਪਦ ਹੈ।
ਵੀ ਵਿਸਵੇ ਮਾਇਆ ਹੈ ਤ੍ਰੈ ਗੁਣ, ਤੇ ਜਿਹੜਾ 21ਵਾਂ ਵਿਸਵਾ ਤੁਰਿਆ ਪਦ ਹੈ ਦਸਮ ਦਵਾਰ, ਉਹ ਵੀ ਜਿਹੜਾ ਛੱਡ ਜਾਂਦੇ ਆ ਉਹ ਤੋਂ ਗਾਂਹ ਲੰਘ ਕੇ, ਪਰ ਗੁਰਸਿੱਖ ਤੁਰਿਆ ਥੀਪੀ ਅਤੀਤ ਹੋ ਕੇ ਵਰਤਦੇ ਹਨ, ਉੱਥੇ ਵੀ ਅਤੀਤ ਹੋ ਜਾਂਦੇ ਆ। ਤੁਰਿਆ ਪਦ ਦਾ ਵੀ ਕੋਈ ਹੰਕਾਰ ਨਹੀਂ ਰਹਿੰਦਾ। ਵਾਹਿਗੁਰੂ ਦਾ ਨਾਂ ਦਾ ਜਾਪ ਮਨ ਕਰਕੇ ਆਪਣਾ ਇਹੋ ਤੁਰਿਆ ਵੱਡੀ ਵਡਿਆਈ ਹੈ। ਕਹਿੰਦੇ ਕਿ ਆਪਣਾ ਨਾਂ ਜਿਹੜਾ ਹੈ ਨਾ ਮਨ, ਉਹ ਵਾਹਿਗੁਰੂ ਦੇ ਜਾਪ ਦੇ ਵਿੱਚ ਲਾ ਰੱਖਦੇ ਆ, ਤੇ ਕਹਿੰਦੇ ਇਹ ਸਾਡੇ ਲਈ ਵੱਡੀ ਵਡਿਆਈ ਹੈ, ਅਸੀਂ ਤੁਰਿਆ ਪਦ ਨੂੰ ਕੀ ਕਰਨਾ। ਇਸ ਤਰ੍ਹਾਂ ਉਹ ਆਪਣੇ ਆਪ ਨੂੰ ਜਿਹੜੇ ਗੁਰਸਿੱਖ ਆ ਉਹ ਨਹੀਂ ਜਣਾਉਂਦੇ। ਸੋ ਇਹ ਜੋ ਭਾਈ ਮਨੀ ਸਿੰਘ ਜੀ ਨੇ ਬਖਸ਼ਿਸ਼ ਕੀਤੀ, ਜੋ ਉਹਨਾਂ ਨੇ ਵਾਰ ਦੇ ਵਿੱਚ ਆਪਾਂ ਉਹ ਵਿਚਾਰੀ ਹੈ। ਤੇ ਹੁਣ ਆਪਾਂ ਜਿਹੜੀ ਅਗਲੀ ਪੌੜੀ ਹੈ, ਹੁਣ ਗੁਰੂ ਦੀ ਪ੍ਰੀਤ ਸਿੱਖ ਨਾਲ ਕਿਸ ਤਰ੍ਹਾਂ ਦੀ ਹੈ ਉਹ ਆਪਾਂ ਵਿਚਾਰਨੀ ਹੈ। ਦਾਸ ਨੇ ਆਪ ਜੀ ਦੀ ਸਕਰੀਨ ਉੱਤੇ ਸ਼ੇਅਰ ਕਰ ਦਿੱਤੀ ਹੈ। ਪਹਿਲਾਂ ਆਪਾਂ ਇਹਦਾ ਹੀ ਮੂਲ ਪਾਠ ਕਰ ਲਈਏ, ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਜਿਹੜਾ ਹੈ ਵਿਚਾਰਾਂਗੇ। ਵਾਹਿਗੁਰੂ। ਭਾਈ ਸਾਹਿਬ ਬਖਸ਼ਿਸ਼ ਕਰਦੇ, ਕਹਿੰਦੇ ਕਛੂ ਆਂਡਾ ਧਿਆਨ ਧਰ, ਕਰ ਪਰਪੱਕ ਨਦੀ ਵਿੱਚ ਆਣੈ, ਕੂੰਜ ਹਿਰਦੈ ਸਿਮਰਨ ਕਰੈ, ਲੈ ਬੱਚਾ ਉੜਦੀ ਅਸਮਾਨੈ, ਬਤਕ ਬੱਚਾ ਤੁਰ ਤੁਰਾ, ਜਲ ਥਲ ਵਰਤੇ ਸਹਿਜ ਵਿਡਾਣੈ, ਕੋਇਲ ਪਾਲੇ ਕਾਵਣੀ, ਮਿਲਦਾ ਜਾਏ ਕੁਟੰਬ ਸਿਆਣੈ, ਹੰਸ ਵੰਸ ਵਸ ਮਾਨਸਰ, ਮਾਨਕ ਮੋਤੀ ਚੋਗ ਚੁਗਾਣੈ, ਗਿਆਨ ਧਿਆਨ ਸਿਮਰਨ ਸਦਾ, ਸਤਿਗੁਰ ਸਿੱਖ ਰੱਖੈ ਨਿਰਬਾਣੈ, ਭੂਤ ਭਵਿੱਖੋਂ ਵਰਤਮਾਨ, ਤ੍ਰਿਭਵਨ ਸੋਜੀ ਮਾਨ ਨਿਮਾਣੈ, ਜਾਤੀ ਸੁੰਦਰ ਲੋਕ ਨਾ ਜਾਣੈ। ਸੋ ਇਹ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜੋ ਬਖਸ਼ਿਸ਼ ਕੀਤਾ ਹੈ ਕਿ ਹੁਣ ਗੁਰੂ ਦੀ ਪ੍ਰੀਤ ਕਿਵੇਂ ਦੀ ਹੁੰਦੀ ਹੈ। ਉਹ ਤੇ ਸਿੱਖ ਦੀ ਪ੍ਰੀਤ ਸੀ ਨਾ ਗੁਰੂ ਦੇ ਨਾਲ, ਕਿਸ ਤਰ੍ਹਾਂ ਗੁਰੂ ਦੀ ਸਿੱਖ ਦੀ ਗੁਰੂ ਦੇ ਨਾਲ ਕਿਸ ਤਰ੍ਹਾਂ ਦੀ ਪ੍ਰੀਤ ਹੁੰਦੀ ਹੈ। ਇੱਕ ਜਿਹੜਾ ਹੈ ਉਹਨਾਂ ਦੱਸਿਆ ਮੱਛੀ ਵਰਗੀ, ਭੌਰੇ ਵਰਗੀ, ਮੋਰ ਵਰਗੀ ਪ੍ਰੀਤ ਜਿਹੜੀ ਹੈ ਗੁਰਸਿੱਖ ਕਰਦੇ ਆ। ਹੁਣ ਗੁਰੂ ਕਿਵੇਂ ਆਪਣੇ ਸਿੱਖ ਦੇ ਨਾਲ ਪ੍ਰੀਤ ਕਰਦਾ ਹੈ। ਇੱਥੇ ਥੋੜਾ ਜਿਹਾ ਵਿਚਾਰ ਦੇ ਕੇ ਚੱਲਾਂ ਕਿ ਜਦੋਂ ਗੁਰਸਿੱਖ ਨਾਮ ਜਪਦਾ, ਸਿਮਰਨ ਕਰਦਾ, ਗੁਰੂ ਦੇ ਵਿੱਚ ਜੁੜ ਜਾਂਦਾ ਹੈ, ਪਰ ਕਿਤੇ ਨਾ ਕਿਤੇ ਉਹਦਾ ਮਨ ਕਿਤੇ ਡੋਲ ਜਾਵੇ, ਕਿਤੇ ਉਹ ਵਿਕਾਰਾਂ ਦੇ ਵਿੱਚ ਖਚਿਤ ਹੋ ਜਾਵੇ। ਨਾਮ ਜਪਦਾ ਜਪਦਾ, ਸਿਮਰਨ ਕਰਦਾ ਕਰਦਾ, ਬਾਣੀ ਪੜ੍ਹਦਾ ਪੜ੍ਹਦਾ ਕਿਤੇ ਹੋਰ ਪਾਸੇ ਚਲਾ ਜਾਵੇ, ਤੇ ਪੜ੍ਹਦਿਆਂ ਪੜ੍ਹਦਿਆਂ ਬਾਣੀ ਤੇ ਵਿਕਾਰੀ ਮਨ ਹੋ ਜੇ, ਤੇ ਬਾਣੀ ਨਾ ਸੁਣੇ, ਨਾਮ ਨਾ ਜਪੇ, ਤੇ ਫਿਰ ਗੁਰੂ ਜਿਹੜਾ ਹੈ ਨਾ ਐਸੀ ਕਿਰਪਾ ਕਰਦਾ, ਸਿੱਖ ਨੂੰ ਵਾਪਸ ਜਿਹੜਾ ਲੈ ਆਉਂਦਾ ਹੈ, ਫਿਰ ਸਤ ਸੰਗਤ ਦੇ ਨਾਲ ਮਿਲਾ ਦਿੰਦਾ ਹੈ, ਫਿਰ ਉਹਦੇ ਅੰਦਰ ਨਾਮ ਦਾ ਜਿਹੜਾ ਹੈ ਨਾ ਉਹ ਪ੍ਰਵਾਹ ਚੱਲ ਪੈਂਦਾ ਹੈ। ਪਰ ਇਹਦੇ ਵਾਸਤੇ ਜ਼ਰੂਰੀ ਹੈ ਕਿ ਉਹ ਗੁਰਸਿੱਖ ਹੋਵੇ। ਇਹ ਨਾ ਹੋਵੇ ਕਿ ਉਹ ਵਿਕਾਰੀ ਹੋਵੇ ਤੇ ਗੁਰੂ ਦੇ ਕੋਲ ਆ ਕੇ ਵੀ ਚਲਾਕੀਆਂ ਤੇ ਫਿਰ ਬਾਹਰ ਚਲਾ ਜਾਵੇ। ਉਹਨੂੰ ਨਹੀਂ, ਜਿਹੜਾ ਗੁਰੂ ਦੇ ਨਾਲ ਸੱਚੀ ਪ੍ਰੀਤ ਕਰਦਾ ਹੋਵੇ, ਤੇ ਸੱਚੀ ਪ੍ਰੀਤ ਜਿਹੜੀ ਕਰਦਿਆਂ ਕਰਦਿਆਂ ਕਿਤੇ ਵਿਕਾਰੀ ਹੋ ਜਾਵੇ, ਕਿਤੇ ਮਨ ਡੋਲ ਜਾਵੇ, ਫਿਰ ਗੁਰੂ ਸਿੱਖ ਦੇ ਨਾਲ ਐਸੀ ਪ੍ਰੀਤ ਨਿਭਾਉਂਦਾ ਹੈ। ਉਹ ਕੈਸੀ ਪ੍ਰੀਤ ਹੈ। ਭਾਈ ਗੁਰਦਾਸ ਜੀ ਕਹਿੰਦੇ ਕਛੂ ਆਂਡਾ ਧਿਆਨ ਧਰ, ਕਰ ਪਰਪੱਕ ਨਦੀ ਵਿੱਚ ਆਣੇ। ਕਹਿੰਦੇ ਜਿਵੇਂ ਕਛੂ ਜਿਹੜਾ ਹੁੰਦਾ, ਕਛੂ ਕੁੰਮਾ, ਕਛੂ ਕੁੰਮੀ ਆਪਣੇ ਆਂਡੇ ਜਿਹੜੇ ਆ ਨਾ ਉਹ ਬਾਹਰ ਰੇਤ ਦੇ ਵਿੱਚ ਦੇ ਕੇ ਆਪ ਸਮੁੰਦਰ 'ਚ ਚਲੀ ਜਾਂਦੀ ਹੈ, ਤੇ ਫਿਰ ਉਹ ਧਿਆਨ ਦੇ ਨਾਲ ਹੀ ਪੱਕ ਜਾਂਦੇ ਉਹਦੇ ਆਂਡੇ, ਧਿਆਨ ਦੇ ਨਾਲ ਹੀ ਉਹਨਾਂ ਦੇ ਵਿੱਚੋਂ ਬੱਚੇ ਨਿਕਲ ਆਉਂਦੇ ਆ, ਤੇ ਉਹ ਆਪ ਸਮੁੰਦਰ ਦੇ ਵਿੱਚ ਹੁੰਦੀ ਹੈ, ਤੇ ਉਹ ਧਿਆਨ ਦੇ ਨਾਲ ਹੀ ਜਿਹੜਾ ਹੈ ਉਹਦੇ ਵਿੱਚੋਂ ਆਂਡਿਆਂ ਦੇ ਵਿੱਚੋਂ ਬੱਚੇ ਨਿਕਲ ਆਉਂਦੇ ਆ, ਪੱਕ ਜਾਂਦੇ ਆ, ਤੇ ਫਿਰ ਉਹਦੇ ਵਿੱਚੋਂ ਬੱਚੇ ਨਿਕਲ ਕੇ ਫਿਰ ਨਦੀ 'ਚ ਆ ਜਾਂਦੇ, ਨਦੀ ਵਿੱਚ ਆਣੇ, ਵਾਪਸ ਉਹਦੇ ਵਿੱਚ ਹੀ ਆ ਜਾਂਦੇ, ਨਦੀ ਆ ਕੇ ਕਛੂ ਕੁੰਮੀ ਨੂੰ ਮਿਲ ਲੈਂਦੇ ਆ। ਉਹ ਕੀ ਕਰਦੀ, ਬਾਹਰ ਟੋਆ ਪੁੱਟ ਕੇ ਰੇਤ ਦੇ ਵਿੱਚ ਉੱਥੇ ਆਂਡੇ ਦੇ ਕੇ ਉੱਤੇ ਰੇਤ ਪਾ ਜਾਂਦੀ ਆ, ਤੇ ਆਪ ਦਰਿਆ ਦੇ ਵਿੱਚ, ਸਮੁੰਦਰ 'ਚ, ਨਦੀ ਦੇ ਵਿੱਚ ਜੇ ਕਹਿ ਲਓ, ਉੱਥੇ ਚਲੇ ਜਾਂਦੀ ਆ, ਤੇ ਬਾਅਦ 'ਚ ਆਪੇ ਹੀ ਬੱਚੇ ਨਿਕਲ ਕੇ ਤੇ ਉਹ ਵੜ ਜਾਂਦੇ ਆ ਵਾਪਸ ਨਦੀ ਦੇ ਵਿੱਚ। ਕਹਿੰਦੇ ਇਸੇ ਤਰ੍ਹਾਂ ਹੀ ਜਿਹੜਾ ਹੈ ਨਾ ਗੁਰੂ ਆ, ਉਹ ਆਪਣੇ ਸਿੱਖ ਨੂੰ ਇਸ ਤਰ੍ਹਾਂ ਪਾਲਦਾ ਹੈ, ਸੁਰਤ ਦੇ ਨਾਲ। ਸਿੱਖ ਦਾ ਧਿਆਨ ਗੁਰੂ ਵਿੱਚ ਜੁੜਿਆ ਹੁੰਦਾ, ਤੇ ਗੁਰੂ ਦਾ ਧਿਆਨ ਸਿੱਖ ਵਿੱਚ ਜੁੜਿਆ ਹੁੰਦਾ ਹੈ। ਗੁਰੂ ਸਦਾ ਹੀ ਆਪਣੇ ਸਿੱਖ ਦੀ ਸਿੱਖੀ ਨੂੰ ਪਰਪੱਖ ਰੱਖਦਾ ਹੈ, ਸਦਾ ਹੀ ਉਹਨੂੰ ਪਰਪੱਖ ਰੱਖਦਾ ਹੈ, ਕਦੀ ਵੀ ਡੋਲਣ ਨਹੀਂ ਦਿੰਦਾ। ਜੇ ਗੁਰੂ ਦਾ ਧਿਆਨ, ਸਿੱਖ ਦਾ ਧਿਆਨ ਗੁਰੂ ਵਿੱਚ ਜੁੜਿਆ ਹੈ, ਤੇ ਗੁਰੂ ਵੀ ਆਪਣੇ ਸਿੱਖ ਨੂੰ ਜਿਹੜਾ ਆ ਉਹ ਜਿਹੜਾ ਕੱਚਾ ਨਹੀਂ ਰਹਿਣ ਦਿੰਦਾ, ਉਹਨੂੰ ਪਕਾ ਦਿੰਦਾ ਹੈ, ਉਹਦੀ ਸਿੱਖੀ ਨੂੰ ਪਰਪੱਖ ਕਰ ਦਿੰਦਾ ਹੈ, ਉਹਨੂੰ ਸਦਾ ਹੀ ਆਪਣੇ ਧਿਆਨ ਵਿੱਚ ਰੱਖਦਾ, ਨਾ ਕਿ ਉਹਦੇ ਵੱਲੋਂ ਧਿਆਨ ਟੁੱਟਣ ਦਿੰਦਾ ਹੈ। ਕੂੰਜ ਹਿਰਦੈ ਸਿਮਰਨ ਕਰੇ, ਲੈ ਬੱਚਾ ਉੜਦੀ ਅਸਮਾਨ ਹੈ। ਕਹਿੰਦੇ ਇਸੇ ਤਰ੍ਹਾਂ ਜਿਹੜੀ ਕੂੰਜ ਹੁੰਦੀ ਹੈ, ਉਹ
ਉੱਡਦੀ ਦੂਰ ਦੂਰ ਚਲੇ ਜਾਂਦੀ ਆ ਤੇ ਬੱਚੇ ਉਹ ਜਿਹੜੇ ਆ ਉਹ ਸੁਰਤ ਦੇ ਨਾਲ ਹੀ ਪਾਲਦੀ। ਜਿਹੜੇ ਹੁੰਦੇ ਆ ਨਾ ਕੂੰਜਾਂ, ਉਹ ਉੱਡ ਕੇ ਦੂਸਰੀ ਜਗ੍ਹਾ ਦੇ ਉੱਤੇ ਜਾ ਕੇ ਉਹ ਜੋ ਵੀ ਇਹ ਛਕਦੇ ਆ ਸਾਰਾ ਕੁਛ, ਤੇ ਜਿਹੜੇ ਬੱਚੇ ਉਹ ਪਿੱਛੇ ਆਲਣੇ 'ਚ ਛੱਡ ਆਉਂਦੀ ਤੇ ਫਿਰ ਉਹ ਨਾ ਸਿਮਰਨ ਦੇ ਨਾਲ ਹੀ ਉਹਨੂੰ ਪਾਲਦੀ ਹੈ। ਭਾਵ ਧਿਆਨ ਉਹਦਾ ਆਪਣੇ ਬੱਚਿਆਂ 'ਚ ਹੁੰਦਾ ਤੇ ਇੱਧਰ ਉਹ ਜੋ ਵੀ ਦਾਣਾ ਪਾਣੀ ਚੁਗਦੀ ਹੈ ਤੇ ਉਹ ਧਿਆਨ ਦੇ ਨਾਲ ਸਿਮਰਨ ਦੇ ਨਾਲ ਹੀ ਉਸ ਆਪਣੇ ਬੱਚੇ ਨੂੰ ਜਿਹੜੀ ਹੈ ਪਾਲ ਲੈਂਦੀ ਹੈ ਤੇ ਪਾਲ ਕੇ ਫਿਰ ਉਹਨੂੰ ਆਪਣੇ ਨਾਲ ਹੀ ਮਿਲਾ ਲੈਂਦੀ ਹੈ, ਭਾਵ ਲੈ ਕੇ ਨਾਲ ਹੀ ਉੱਡ ਜਾਂਦੀ। ਇਸੇ ਤਰ੍ਹਾਂ ਜਿਹੜਾ ਗੁਰੂ ਹੈ, ਤੇ ਜੇ ਕਿਤੇ ਸਿੱਖ ਤੋਂ ਥੋੜਾ ਜਿਹਾ ਵੀ ਦੂਰ ਚਲਾ ਜਾਵੇ, ਗੁਰੂ ਉਹਨੂੰ ਯਾਦ ਸਿਮਰਨ ਦੀ ਬਖਸ਼ਿਸ਼ ਕਰਦਾ ਹੈ, ਆਪ ਹੀ ਉਹਨੂੰ ਹਿਰਦੇ ਵਿੱਚ ਰੱਖਦਾ ਹੈ। ਜੇ ਗੁਰੂ ਦਾ ਸਿੱਖ ਗੁਰਦੁਆਰੇ ਆਉਂਦਾ ਫਿਰ ਤੇ ਉਹ ਗੁਰੂ ਦੇ ਕੋਲ ਹੈ। ਜਦੋਂ ਆਪਣੇ ਘਰਾਂ ਵਿਹਾਰਾਂ 'ਚ ਮਗਨ ਹੋ ਜਾਂਦਾ ਫਿਰ ਗੁਰੂ ਉਹਦੇ ਨਾਲ ਕੂੰਜ ਵਾਲੀ ਸਿਮਰਨ ਦੀ ਦਾਤ ਬਖਸ਼ਦਾ। ਫਿਰ ਗੁਰੂ ਦੇ ਨਾਲ ਸਿੱਖ ਵੀ ਜੁੜਿਆ ਰਹਿੰਦਾ ਤੇ ਸਿੱਖ ਆਪਣੇ ਗੁਰੂ ਜਿਹੜਾ ਹੈ ਆਪਣੇ ਸਿੱਖ ਦੇ ਨਾਲ ਐਸੀ ਪ੍ਰੀਤ ਕਰਦਾ ਹੈ ਜਿਵੇਂ ਕੂੰਜ ਆਪਣੇ ਬੱਚੇ ਨਾਲ ਕਰਦੀ ਹੈ। ਇਸ ਤਰ੍ਹਾਂ ਉਹ ਫਿਰ ਕਾਰ ਵਿਹਾਰ, ਜਦੋਂ ਸੰਸਾਰੀ ਕਾਰ ਵਿਹਾਰ ਕਰਦਾ ਹੈ, ਫਿਰ ਉੱਥੇ ਵੀ ਉਹ ਜਿਹੜਾ ਹੈ ਗੁਰੂ ਉਹ ਕੂੰਜ ਦੀ ਤਰ੍ਹਾਂ ਆਪਣੇ ਸਿੱਖ ਦੀ ਰੱਖਿਆ ਕਰਦਾ ਹੈ, ਕੂੰਜ ਦੀ ਤਰ੍ਹਾਂ ਹੀ ਉਹਨੂੰ ਪਾਲਦਾ ਹੈ। ਸੰਸਾਰ ਦੇ ਕਾਰਾਂ ਵਿਹਾਰਾਂ 'ਚ ਵੀ ਉੱਥੇ ਵੀ ਉਹਨੂੰ ਸਿਮਰਨ ਭੁੱਲਣ ਨਹੀਂ ਦਿੰਦਾ ਤੇ ਫਿਰ ਜਿਹੜਾ ਹੈ ਉਹਨੂੰ ਆਪਣੇ ਦੇ ਵਿੱਚ ਹੀ ਮਿਲਾ ਲੈਂਦਾ ਹੈ ਗੁਰੂ ਸਿੱਖ। ਜਿਵੇਂ ਲੈ ਬੱਚਾ ਉੜਦੀ ਅਸਮਾਨੇ, ਫਿਰ ਉਹ ਕੂੰਜ ਜਦੋਂ ਬੱਚਾ ਪਲ ਜਾਂਦਾ ਉਹਨੂੰ ਲੈ ਕੇ ਅਸਮਾਨ 'ਚ ਉੱਡ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਸਿੱਖ ਦੇ ਅੰਦਰ ਸਿਮਰਨ ਪਰਪੱਕ ਹੋ ਜਾਂਦਾ ਹੈ, ਜਦੋਂ ਗੁਰੂ ਪਰਪੱਕ ਕਰ ਦਿੰਦਾ ਹੈ ਸਿਮਰਨ, ਜਦੋਂ ਗੁਰੂ ਉਹਦੇ ਅੰਦਰ ਦਾਤ ਬਖਸ਼ਿਸ਼ ਕਰਕੇ ਉਹਦਾ ਜੀਵਨ ਪਕਾ ਦਿੰਦਾ ਹੈ, ਫਿਰ ਗੁਰੂ ਉਹਨੂੰ ਆਪਣਾ ਰੂਪ ਹੀ ਕਰ ਦਿੰਦਾ, ਆਪਣੇ ਵਿੱਚ ਹੀ ਮਿਲਾ ਦਿੰਦਾ ਹੈ। ਕੂੰਜ ਹਿਰਦੈ ਸਿਮਰਨ ਕਰੇ ਲੈ ਬੱਚਾ ਉੜਦੀ ਅਸਮਾਨੇ। ਗੁਰੂ ਫਿਰ ਇਸ ਤਰ੍ਹਾਂ ਕਰਦਾ ਹੈ ਕਿ ਸਿੱਖ ਦਾ ਅੰਦਰ ਟਿਕਾ ਦਿੰਦਾ ਹੈ। ਜਦੋਂ ਸਿੱਖ ਦਾ ਸਾਰੇ ਵਿਕਾਰ ਧੁੱਪ ਜਾਂਦੇ ਆ, ਜਦੋਂ ਬਾਹਰ ਵੀ ਜਾ ਕੇ ਗੁਰੂ ਨੂੰ ਹੀ ਯਾਦ ਕਰਦਾ ਹੈ ਤੇ ਗੁਰਦੁਆਰੇ ਤੇ ਆ ਕੇ ਸਿਮਰਨ ਕਰਦਾ ਹੀ ਹੈ, ਤੇ ਫਿਰ ਉਹਨੂੰ ਆਪਣਾ ਰੂਪ ਹੀ ਬਣਾ ਲੈਂਦਾ ਹੈ ਗੁਰੂ। ਫਿਰ ਉਹਨੂੰ ਨਾਲ ਲੈ ਕੇ ਉਹਦੀ ਜਿਹੜੀ ਉਡਾਰੀ ਹੈ, ਉਹ ਸਿਮਰਨ ਦੀ ਜਿਹੜੀ ਉਡਾਰੀ ਹੈ, ਸੁਰਤ ਦੀ ਉਡਾਰੀ ਜਿਹੜੀ ਹੈ ਉਹਨੂੰ ਉੱਚੀ ਕਰ ਦਿੰਦਾ ਹੈ। ਫਿਰ ਉਹ ਸਿੱਖ ਜਿਹੜਾ ਹੈ ਸੰਸਾਰ ਦੇ ਕਾਰਾਂ ਵਿਹਾਰਾਂ 'ਚ ਨਹੀਂ ਜਿਹੜਾ ਲੱਗਦਾ। ਬਤਕ ਬੱਚਾ ਤੁਰਤ ਰਾ ਜਲ ਥਲ ਵਰਤੇ ਸਹਿਜ ਵਿਡਾਣੇ। ਕਹਿੰਦੇ ਜਿਸ ਤਰ੍ਹਾਂ ਕਿਤੇ ਵਕਤ ਦੇ ਆਂਡੇ ਹੋਣ, ਵਾਹਿਗੁਰੂ, ਕਿਤੇ ਜਿਹੜੀ ਕੁਕੜੀ ਹੁੰਦੀ ਆ ਉਹਨੇ ਆਂਡੇ, ਬਤਕ ਦੇ ਤੇ ਕੁਕੜੀ ਦੇ ਆਂਡੇ ਇੱਕੋ ਜਿਹੇ ਹੁੰਦੇ ਆ, ਇੱਕੋ ਜਿਹੇ ਹੁੰਦੇ ਆ। ਕਹਿੰਦੇ ਜੇ ਕਿਤੇ ਉਸ ਜਗ੍ਹਾ ਦੇ ਉੱਤੇ ਜਿੱਥੇ ਕੁਕੜੀ ਨੇ ਆਂਡੇ ਦਿੱਤੇ ਹਨ ਉਹਦੇ ਵਿੱਚ ਬਤਕ ਦੇ ਆਂਡੇ ਰੱਖ ਦਿੱਤੇ ਜਾਣ, ਤੇ ਕਹਿੰਦੇ ਜਦੋਂ ਉਹ ਉਹਦੇ ਵਿੱਚੋਂ ਆਂਡਿਆਂ 'ਚ ਬੱਚੇ ਨਿਕਲਣ ਤੇ ਉਹ ਜਿਹੜਾ ਬਤਕ ਦਾ ਬੱਚਾ ਹੈ, ਉਹ ਬਤਕ ਆਵਾਜ਼ਾਂ ਮਾਰੇ ਕਿਸੇ ਤਲਾਬ 'ਚ ਬੈਠੀ, ਤੇ ਉਹ ਬਤਕ ਦੀ ਆਵਾਜ਼ ਸੁਣ ਕੇ ਤਲਾਬ ਵੱਲ ਨੂੰ ਚੱਲ ਪੈਂਦਾ, ਪਿੱਛੇ ਉਹਦੇ ਜਿਹੜੇ ਦੂਸਰੇ ਬੱਚੇ ਚੱਲ ਪੈਣ, ਕੁਕੜੀ ਦੇ ਵੀ ਬੱਚੇ ਚੱਲ ਪੈਣ, ਤੇ ਕੁਕੜੀ ਦੇ ਬੱਚੇ ਜਿਹੜੇ ਉਹ ਥਲ ਤੇ ਖੜੇ ਰਹਿ ਜਾਂਦੇ ਆ, ਤੇ ਜਿਹੜਾ ਬਤਕ ਦਾ ਬੱਚਾ ਆ ਉਹ ਛਾਲ ਮਾਰ ਕੇ ਉਸ ਤਲਾਬ ਦੇ ਵਿੱਚ ਜਾ ਵੜਦਾ ਤੇ ਬਤਕ ਦੇ ਕੋਲ ਜਾ ਕੇ ਚਲਿਆ ਜਾਂਦਾ, ਤੇ ਜਿਹੜੇ ਪਿੱਛੇ ਕੁਕੜੀ ਦੇ ਬੱਚੇ ਹੁੰਦੇ ਉਹ ਵਾਪਸ ਮੁੜ ਆਉਂਦੇ ਆ, ਥਲ ਤੇ ਰਹਿੰਦੇ, ਕਿਉਂਕਿ ਉਹਨਾਂ ਨੂੰ ਤੇ ਤੈਰਨਾ ਨਹੀਂ ਆਉਂਦਾ। ਇਸੇ ਤਰ੍ਹਾਂ ਕਹਿੰਦੇ ਜੇ ਕਿਤੇ ਗੁਰੂ ਦਾ ਸਿੱਖ ਕਿਤੇ ਵਿਕਾਰਾਂ ਦੇ ਵਿੱਚ ਰਲ ਜਾਵੇ, ਜੇ ਕਿਤੇ ਉਹਦਾ ਜੀਵਨ ਮਾੜਾ ਹੋ ਜਾਵੇ, ਜੇ ਕਿਤੇ ਕੁੱਕੜ ਵਰਗੀ ਸੰਗਤ ਉਹਨੂੰ ਮਿਲ ਜਾਵੇ ਤੇ ਉਹ ਫਿਰ ਕਿਤੇ ਉਹਦੇ ਵਿੱਚ ਰਲ ਜਾਵੇ ਜਾ ਕੇ, ਤੇ ਉੱਥੋਂ ਫਿਰ ਜਦੋਂ ਗੁਰੂ ਜਿਹੜਾ ਹੈ ਬਤਕ ਦੀ ਤਰ੍ਹਾਂ ਨੂੰ ਆਵਾਜ਼ਾਂ ਮਾਰਦਾ ਹੈ, ਕਿਤੇ ਗੁਰਦੁਆਰੇ ਕਿਤੇ ਭੁੱਲ ਭੁਲੇਖੇ ਲੰਘੇ ਤੇ ਸ਼ਬਦ ਕੰਨਾਂ 'ਚ ਪੈਂਦਾ ਹੈ, ਫਿਰ ਮਨ ਸੋਚਦਾ ਯਾਰ ਮੈਂ ਤੇ ਬੜਾ ਸਿਮਰਨ ਕਰਦਾ ਹੁੰਦਾ, ਕਿਹੜੇ ਪਾਸੇ ਚੱਲ ਪਿਆ। ਇਸ ਤਰ੍ਹਾਂ ਜਦੋਂ ਕਿਤੇ ਉਹ ਜਦੋਂ ਗੁਰੂ ਆਵਾਜ਼ਾਂ ਮਾਰਦਾ, ਬਤਕ ਰੂਪੀ ਗੁਰੂ ਜਦੋਂ ਆਵਾਜ਼ਾਂ ਮਾਰਦਾ ਹੈ ਤੇ ਫਿਰ ਉਹ ਜਿਹੜਾ ਹੈ ਨਾ ਗੁਰਸਿੱਖ, ਉਹ ਫਿਰ ਆਪ ਜਾ ਕੇ ਗੁਰੂ ਦੇ ਦੁਆਰੇ ਚਲਾ ਜਾਂਦਾ, ਤੇ ਪਿੱਛੇ ਜਿਹੜੇ ਵਿਕਾਰੀ ਬਿਰਤੀ ਦੇ ਲੋਕ ਹੁੰਦੇ ਆ, ਕੁੱਕੜਾਂ ਵਰਗੇ, ਕੁੱਕੜਾਂ ਦੇ ਬੱਚਿਆਂ ਵਰਗੇ, ਚੂਚਿਆਂ ਵਰਗੇ ਜਿਹੜੇ ਵਿਕਾਰੀ ਬਿਰਤੀ ਦੇ ਲੋਕ ਹੁੰਦੇ ਆ, ਉਹ ਫਿਰ ਉੱਥੋਂ ਹੀ ਵਾਪਸ ਚਲੇ ਜਾਂਦੇ ਆ, ਉਹਨਾਂ ਨੂੰ ਫਿਰ ਅੱਗੇ ਨਹੀਂ ਆਇਆ ਜਾਂਦਾ, ਕਿਉਂਕਿ ਉਹ ਨਹੀਂ ਤਰਨਾ ਜਾਣਦੇ ਹੁੰਦੇ, ਉਹ ਫਿਰ ਨਾਮ ਸਿਮਰਨਾ ਨਹੀਂ ਜਾਣਦੇ ਹੁੰਦੇ। ਪਰ ਜਿਹੜਾ ਬਤਕ ਦਾ ਬੱਚਾ ਜਿਵੇਂ ਤਰਨਾ ਜਾਣਦਾ ਹੈ, ਉਹ ਪਾਣੀ ਦੇ ਵਿੱਚ ਚੱਲਣਾ ਜਾਣਦਾ, ਇਸੇ ਤਰ੍ਹਾਂ ਗੁਰੂ ਦਾ ਸਿੱਖ ਜਿਹੜਾ ਹੈ ਉਹ ਨਾਮ ਸ਼ਬਦ ਦੇ ਨਾਲ ਜੁੜਨਾ ਜਾਣਦਾ ਹੈ। ਫਿਰ ਜਦੋਂ ਗੁਰੂ ਦੀ ਆਵਾਜ਼ ਸੁਣਦਾ ਫਿਰ ਭੱਜਾ ਹੀ ਆਉਂਦਾ ਗੁਰੂ ਵੱਲ ਨੂੰ, ਤੇ ਪਿੱਛੇ ਜਿਹੜੇ ਵਿਕਾਰੀ ਬਿਰਤੀ ਦੇ ਲੋਕ ਹੁੰਦੇ, ਜਿਨ੍ਹਾਂ ਨੇ ਉਹਦਾ ਮਨ ਵਿਗਾੜਿਆ ਹੁੰਦਾ, ਜਿਨ੍ਹਾਂ ਨੇ ਉਹਨੂੰ ਵਿਕਾਰਾਂ ਵੱਲ ਖਿੱਚਿਆ ਹੁੰਦਾ ਹੈ, ਉਹ ਪਿੱਛੇ ਰਹਿ ਜਾਂਦੇ ਆ, ਤੇ ਆਪ ਜਿਹੜਾ ਗੁਰਸਿੱਖ ਆ ਉਹ ਗੁਰੂ ਦੀ ਗੱਲ ਸੁਣ ਕੇ ਅੱਗੇ ਵੱਧ ਜਾਂਦਾ। ਇਸੇ ਤਰ੍ਹਾਂ ਜਿਹੜਾ ਗੁਰੂ ਦਾ ਸਿੱਖ ਹੈ, ਇੱਕ ਹੋਰ ਅਰਥ ਕਰ ਦੇਵਾਂ ਕਿ ਜਿਹੜਾ ਗੁਰੂ ਦਾ ਸਿੱਖ ਹੈ ਉਹ ਜਲ ਤੇ ਥਲ, ਭਾਵ ਸੰਗਤ ਜਲ ਹੈ ਤੇ ਥਲ ਕੀ ਹੈ, ਸੰਸਾਰ। ਜਿਹੜਾ ਗੁਰੂ ਦਾ ਸਿੱਖ ਹੈ ਉਹ ਜਲ ਭਾਵ ਸੰਗਤ ਵਿੱਚ ਵੀ ਵਿਚਰ ਸਕਦਾ ਹੈ, ਤੇ ਥਲ ਤੋਂ ਭਾਵ ਉਹ ਸੰਸਾਰ ਦੇ ਵਿੱਚ ਵੀ ਵਿਚਰ ਸਕਦਾ ਹੈ, ਪਰ ਉਹਦੀ ਜਿਹੜੀ ਬਿਰਤੀ ਹੈ ਨਾ
ਉਹ ਬਤਕ ਤੇ ਬੱਚੇ ਵਰਗੀ ਹੁੰਦੀ ਆ ਕਿ ਉਹ ਜਲ 'ਚ ਵੀ ਵਿਚਰ ਸਕਦਾ, ਥਲ 'ਚ ਵੀ। ਪਰ ਜਿਹੜੇ ਵਿਕਾਰੀ ਲੋਕ ਹੁੰਦੇ ਆ ਉਹ ਕੁਕੜੀਆਂ ਦੇ ਬੱਚੇ ਵਰਗੇ ਹੁੰਦੇ ਆ। ਤੁਰਤਰਾ ਭਾਵ ਕੁਕੜੀਆਂ ਦੇ ਬੱਚੇ ਵਰਗੀ ਉਹਨਾਂ ਦੀ ਸੁਰਤ ਹੁੰਦੀ ਹੈ। ਉਹ ਸਿਰਫ ਤੇ ਸਿਰਫ ਜਲ ਰੂਪੀ ਸੰਸਾਰ ਦੇ ਵਿੱਚ ਹੀ ਵਿਚਰ ਸਕਦੇ ਆ, ਥਲ ਰੂਪੀ ਸੰਗਤ ਵਿੱਚ ਜਲ ਰੂਪੀ ਸੰਗਤ ਵਿੱਚ ਨਹੀਂ ਆ ਸਕਦੇ, ਥਲ ਰੂਪੀ ਸੰਸਾਰ ਦੇ ਵਿੱਚ ਹੀ ਵਿਚਰ ਸਕਦੇ। ਕਰਕੇ ਜਿਹੜੇ ਗੁਰੂ ਦੇ ਸਿੱਖ ਹੁੰਦੇ ਆ ਉਹ ਸੰਸਾਰ ਦੇ ਕਾਰ ਵਿਹਾਰ ਵੀ ਕਰਦੇ ਆ। ਥਲ ਦਾ ਭਾਵ ਸੰਸਾਰ ਤੇ ਜਲ ਦਾ ਭਾਵ ਸਤ ਸੰਗਤ ਦੇ ਵਿੱਚ ਗੁਰੂ ਦੇ ਕੋਲ ਆ ਕੇ ਉਹ ਨਾਮ ਵੀ ਜਪਦੇ ਆ। ਬੱਤਕ ਬੱਚਾ ਤੁਰ ਤੁਰਾ ਜਲ ਥਲ ਵਰਤੇ ਸਹਿਜ ਵਿਡਾਣੇ। ਉਹ ਸਹਿਜ ਦੇ ਨਾਲ ਵਿਚਰਦੇ ਆ, ਸੰਸਾਰ ਦੇ ਵਿੱਚ ਵੀ ਤੇ ਜਲ ਦੇ ਵਿੱਚ ਭਾਵ ਸੰਗਤ ਦੇ ਵਿੱਚ ਵੀ। ਸੋ ਇਸ ਤਰ੍ਹਾਂ ਜਿਹੜਾ ਹੈ ਦ੍ਰਿਸ਼ਟਾਂਤ ਦਿੱਤਾ। ਇਸ ਤਰ੍ਹਾਂ ਦੀ ਗੁਰੂ ਦੀ ਪ੍ਰੀਤ ਹੁੰਦੀ ਹੈ ਆਪਣੇ ਸਿੱਖ ਦੇ ਨਾਲ ਕਿ ਉਹਨੂੰ ਵਿਕਾਰਾਂ ਦੇ ਵਿੱਚ ਉਹਨੂੰ ਜਿਹੜਾ ਹੈ ਨਹੀਂ ਖੁੱਭਣ ਦਿੰਦਾ, ਉਹਨੂੰ ਉਹਨਾਂ ਵਿਕਾਰੀ ਲੋਕਾਂ ਦੀ ਸੰਗਤ ਦੇ ਵਿੱਚ ਨਹੀਂ ਰਹਿਣ ਦਿੰਦਾ, ਉਹਨੂੰ ਆਵਾਜ਼ਾਂ ਮਾਰ ਕੇ ਸੰਗਤ 'ਚ ਬੁਲਾ ਹੀ ਲੈਂਦਾ। ਕੋਇਲ ਪਾਲੇ ਕਾਵਣੀ ਮਿਲਦਾ ਜਾਏ ਕੁਟੰਬ ਸਿਆਣੇ। ਕਹਿੰਦੇ ਵੀ ਜਿਹੜੀ ਕੋਇਲ ਹੁੰਦੀ ਆ ਉਹ ਇਹ ਮੰਨਿਆ ਜਾਂਦਾ ਕਿ ਜਿਹੜੀ ਕੋਇਲ ਉਹ ਆਪਣਾ ਆਲਣਾ ਨਹੀਂ ਪਾਉਂਦੀ, ਉਹ ਆਪਣੇ ਬੱਚੇ ਜਿਹੜੇ ਆ ਨਾ ਕੌਣੀ ਦੇ ਆਲਣੇ 'ਚ ਦੇ ਦਿੰਦੀ ਆ ਤੇ ਮਾਦਾ ਕਾਂ ਦੇ ਆਲਣੇ 'ਚ। ਆਂਡੇ ਇਹਨਾਂ ਦੇ ਵੀ ਇੱਕੋ ਜਿਹੇ ਹੁੰਦੇ ਆ ਤੇ ਫਿਰ ਜਦੋਂ ਵਿੱਚੋਂ ਆਂਡਿਆਂ 'ਚੋਂ ਬੱਚਾ ਨਿਕਲਦਾ ਹੈ ਤੇ ਉਹਦੀ ਆਵਾਜ਼ ਜਿਹੜੀ ਕੋਇਲ ਨਾਲ ਰਲਦੀ ਆ ਤੇ ਦੂਰੋਂ ਬੈਠੀ ਕੋਇਲ ਜਦੋਂ ਆਵਾਜ਼ ਮਾਰਦੀ ਆ ਤੇ ਫਿਰ ਉਹ ਜਿਹੜਾ ਪਾਲਦੀ ਰਹਿੰਦੀ ਹੈ ਕੌਣੀ ਸਦਾ ਹੀ ਉਹਨੂੰ, ਬੱਚੇ ਨੂੰ। ਪਰ ਜਦੋਂ ਪਲ ਜਾਂਦਾ ਤੇ ਜਦੋਂ ਕੋਇਲ ਦੀ ਆਵਾਜ਼ ਸੁਣਦਾ ਤੇ ਉੱਡ ਕੇ ਕੋਇਲ ਦੇ ਨਾਲ ਰਲ ਜਾਂਦਾ। ਇਸੇ ਤਰ੍ਹਾਂ ਕਹਿੰਦੇ ਵੀ ਜਿਹੜਾ ਗੁਰਸਿੱਖ ਹੈ ਉਹ ਆਪਣੇ ਗੁਰੂ ਕੋਇਲ ਦੇ ਕੋਲੋਂ ਆਵਾਜ਼ ਸੁਣ ਕੇ ਸ਼ਬਦ ਦੇ ਵਿੱਚ ਆਣ ਜੁੜਦਾ। ਉਹ ਫਿਰ ਕੌਣੀ ਦੀ ਜਿਹੜੀ ਸੰਗਤ ਹੁੰਦੀ ਹੈ ਨਾ, ਕਾਵਾਂ ਦੀ ਸੰਗਤ, ਜਿਹੜੇ ਵਿਕਾਰੀ ਲੋਕਾਂ ਦੀ ਸੰਗਤ ਛੱਡ ਦਿੰਦੇ ਆ ਤੇ ਭੱਜ ਕੇ ਆਣ ਕੇ ਕੁਟੰਬ ਸਿਆਣੇ, ਆਪਣਾ ਕੁਟੰਬ ਦਾ ਅਰਥ ਹੁੰਦਾ ਪਰਿਵਾਰ, ਆਪਣਾ ਗੁਰਸਿੱਖਾਂ ਵਾਲਾ ਪਰਿਵਾਰ ਜਿਹੜਾ ਪਛਾਣ ਲੈਂਦੇ ਆ ਤੇ ਭੱਜ ਕੇ ਆ ਕੇ ਸੰਗਤ ਦੇ ਵਿੱਚ ਰਲ ਜਾਂਦੇ ਆ। ਜਦੋਂ ਉਹਨਾਂ ਨੂੰ ਸਤਿਗੁਰੂ ਆਪ ਆਵਾਜ਼ ਮਾਰਦੇ ਕੋਇਲ ਦੇ ਨਿਆਈ ਹੋ ਕੇ। ਜਦੋਂ ਕੋਇਲ ਆਵਾਜ਼ ਮਾਰ ਕੇ ਆਪਣੇ ਬੱਚੇ ਨੂੰ ਬੁਲਾ ਲੈਂਦੀ ਹੈ ਨਾ, ਇਸੇ ਤਰ੍ਹਾਂ ਜੇ ਕੋਈ ਸਿੱਖ ਗਲਤ ਰਾਹ ਜਾਂਦਾ ਹੈ ਤੇ ਗੁਰੂ ਉਹਨੂੰ ਆਵਾਜ਼ ਮਾਰ ਕੇ, ਗੁਰੂ ਉਹਦੇ ਤੇ ਕਿਰਪਾ ਕਰਕੇ, ਕਿਰਪਾ ਰੂਪੀ ਆਵਾਜ਼ ਮਾਰ ਕੇ ਉਹਨੂੰ ਵਾਪਸ ਸੰਗਤ ਦੇ ਨਾਲ ਮਿਲਾ ਲੈਂਦਾ। ਐਸੀ ਪ੍ਰੀਤ ਗੁਰੂ ਕਰਦਾ ਹੈ। ਹੰਸ ਵੰਸ ਵਸ ਮਾਨਸਰ ਮਾਣਕ ਮੋਤੀ ਚੋਗ ਚੁਗਾਣੇ। ਕਹਿੰਦੇ ਜਿਵੇਂ ਹੰਸ ਦਾ ਬੱਚਾ ਕਿਤੇ ਉੜਦਾ ਹੋਇਆ ਬੰਗਲਿਆਂ ਦੀ ਸੰਗਤ ਚ ਆ ਜੇ ਤੇ ਬੰਗਲਿਆਂ ਦੀ ਸੰਗਤ ਚ ਆ ਕੇ ਬੈਠਾ ਰਵੇ ਤੇ ਮੱਛੀ, ਕਿਉਂਕਿ ਬੰਗਲੇ ਤੇ ਜਿਹੜੇ ਹੁੰਦੇ ਆ, ਬਗਲੇ ਤੇ ਦੂਸਰੇ ਜਿਹੜੇ ਹੁੰਦੇ ਆ ਹੰਸ ਇੱਕੋ ਜਿਹੇ ਹੁੰਦੇ ਆ ਤੇ ਬਗਲੇ ਜਿਹੜੇ ਉਹ ਖਾਂਦੇ ਆ ਮੱਛੀਆਂ ਡੰਡੀਆਂ ਤੇ ਹੰਸ ਜਿਹੜੇ ਉਹ ਮੋਤੀ ਚੁਗਦੇ ਆ। ਕਹਿੰਦੇ ਜੇ ਕਿਤੇ ਹੰਸਾਂ ਦਾ ਬੱਚਾ ਉੱਡ ਕੇ ਇਹਨਾਂ ਨਾਲ ਰਲ ਜੇ ਆ ਕੇ ਬਗਲਿਆਂ ਦੇ ਨਾਲ ਤੇ ਉਹ ਮੱਛੀਆਂ ਡੰਡੀਆਂ ਨਹੀਂ ਖਾਊਗਾ। ਤੇ ਜਦੋਂ ਉਹਨੂੰ ਪਤਾ ਲੱਗਦਾ ਕਿ ਮੈਂ ਮਾਨਸਰ ਦਾ ਵਾਸੀ ਹਾਂ ਤੇ ਫਿਰ ਉੱਡ ਕੇ ਜਾ ਕੇ ਮਾਨਸਾ ਸਰੋਵਰ ਦੇ ਉੱਤੇ ਮੋਤੀ ਚੁਗਦਾ। ਤੇ ਇਸੇ ਤਰ੍ਹਾਂ ਕਹਿੰਦੇ ਜਦੋਂ ਸਿੱਖ ਨੂੰ ਪਤਾ ਲੱਗਦਾ ਕਿ ਮੈਂ ਤੇ ਗੁਰੂ ਦੀ ਸੰਗਤ ਦਾ ਵਾਸੀ ਆ, ਮੈਂ ਤੇ ਗੁਰੂਦੁਆਰੇ ਜਾਣ ਵਾਲਾ, ਮੈਂ ਤੇ ਅੰਮ੍ਰਿਤ ਵੇਲਾ ਸਾਂਭਣ ਵਾਲਾ ਸੀ, ਮੈਂ ਤੇ ਨਾਮ ਸਿਮਰਨ ਕਰਦਾ ਹੁੰਦਾ ਸੀ, ਮੈਂ ਤੇ ਸਤ ਸੰਗਤ ਕਰਦਾ ਹੁੰਦਾ ਸੀ, ਮੈਂ ਤੇ ਗੁਰੂ ਤੋਂ ਬਲਿਹਾਰਨੇ ਜਾਣਾ ਹੁੰਦਾ ਸੀ। ਫਿਰ ਉਹ ਵਿਕਾਰੀ ਲੋਕ ਜਿਹੜੇ ਬਗਲੇ ਵਰਗੇ ਹੁੰਦੇ ਆ ਜਾਂ ਦੂਸਰੇ ਜਿਹੜੇ ਵਿਕਾਰੀ ਜਿਨ੍ਹਾਂ ਦੇ ਪਿੱਛੇ ਲੱਗਦਾ, ਜਿਹੜੇ ਗੁਰੂ ਨੂੰ ਛੱਡ ਕੇ ਆਪਾ ਜਪਾਉਂਦੇ ਆ, ਉਹਨਾਂ ਦਾ ਪਿੱਛਾ ਛੱਡ ਕੇ, ਮੜੀਆਂ ਮੱਟਾਂ ਦੀ ਪੂਜਾ ਛੱਡ ਕੇ ਫਿਰ ਉਹ ਆਣ ਕੇ ਫਿਰ ਵਾਪਸ ਸੰਗਤ ਤੇ ਰਲ ਜਾਂਦਾ ਹੈ। ਫਿਰ ਆਣ ਕੇ ਸੰਗਤ ਦੇ ਵਿੱਚੋਂ ਮੋਤੀ ਚੁਗਦਾ, ਨਾਮ ਰੂਪੀ ਮੋਤੀ ਚੁਗਦਾ ਹੈ, ਨਾਮ ਰੂਪੀ ਦਾਣੇ ਜਿਹੜੇ ਉਹ ਚੁਗਦਾ ਹੈ। ਗਿਆਨ ਧਿਆਨ ਸਿਮਰਨ ਸਦਾ ਸਤਿਗੁਰ ਸਿੱਖ ਰੱਖੈ ਨਿਰਬਾਣੇ। ਸਤਿਗੁਰੂ ਕੀ ਕਿਰਪਾ ਕਰਦਾ ਸਿੱਖ ਦੇ ਉੱਤੇ, ਉਹਨੂੰ ਨਾਮ ਦਿੰਦਾ ਹੈ, ਗਿਆਨ ਦਿੰਦਾ ਹੈ, ਧਿਆਨ ਦਿੰਦਾ ਹੈ, ਸਿਮਰਨ ਦਿੰਦਾ ਹੈ। ਇਹ ਤਿੰਨ ਚੀਜ਼ਾਂ ਪ੍ਰਪੱਖ ਕਰਦਾ ਹੈ ਗੁਰੂ ਸਿੱਖ ਦੇ ਅੰਦਰ। ਉਹਨੂੰ ਗਿਆਨ ਹੋ ਜਾਂਦਾ ਹੈ ਕਿ ਸੱਚ ਕੀ ਹੈ ਤੇ ਝੂਠ ਕੀ ਹੈ। ਧਿਆਨ ਉਹਦਾ ਸਦਾ ਗੁਰੂ ਦੇ ਵਿੱਚ ਟਿਕਿਆ ਰਹਿੰਦਾ ਹੈ ਤੇ ਸਵਾਸ ਸਵਾਸ ਸਿਮਰਨ ਉਹਨੂੰ ਬਖਸ਼ਿਸ਼ ਕਰ ਦਿੰਦਾ ਗੁਰੂ। ਸਤਿਗੁਰ ਰੱਖੈ ਨਿਰਬਾਣੇ। ਇਸ ਤਰ੍ਹਾਂ ਜਿਹੜਾ ਕਰਕੇ ਗੁਰੂ ਹੈ ਉਹ ਆਪਣੇ ਸਿੱਖ ਨੂੰ ਰੱਖ ਲੈਂਦਾ ਹੈ, ਆਪਣੇ ਸਿੱਖ ਨੂੰ ਨਿਰਵਾਣ ਪਦ ਪ੍ਰਾਪਤ ਹੋ ਜਾਂਦਾ ਹੈ। ਉਹਦੇ ਸਿੱਖ ਨੂੰ ਜੋ ਵਿਸ਼ਿਆਂ ਦੇ ਵਿੱਚ ਫਸਦੇ ਹਨ ਉਹਨਾਂ ਨੂੰ ਇਸ ਤਰ੍ਹਾਂ ਗੁਰੂ ਬਚਾ ਲੈਂਦਾ। ਪਰ ਹੋਵੇ ਉਹ ਸਿੱਖ, ਹੋਵੇ ਉਹ ਸੱਚਾ ਸਿੱਖ, ਹੋਵੇ ਉਹ ਗੁਰੂ ਨਾਲ ਜੁੜਿਆ, ਪ੍ਰੀਤ ਉਹਦੀ ਗੁਰੂ ਨਾਲ ਹੋਵੇ ਤੇ ਫਿਰ ਗੁਰੂ ਐਸੀ ਕਿਰਪਾ ਕਰਦਾ, ਉਹਨੂੰ ਗਿਆਨ ਬਖਸ਼ਦਾ ਹੈ, ਧਿਆਨ ਬਖਸ਼ਦਾ ਹੈ, ਸਿਮਰਨ ਬਖਸ਼ਦਾ ਹੈ। ਫਿਰ ਸਦਾ ਹੀ ਉਹ ਗੁਰੂ ਦਾ ਸਿੱਖ ਬਣ ਜਾਂਦਾ। ਸਤਿਗੁਰੂ ਸਿੱਖ ਰੱਖੈ ਨਿਰਬਾਣੇ। ਫਿਰ ਉਹਨੂੰ ਨਿਰਵਾਣ ਪਦ ਪ੍ਰਾਪਤ ਹੋ ਜਾਂਦਾ, ਉਹਨੂੰ ਮੁਕਤੀ ਦਾ ਪਦ ਪ੍ਰਾਪਤ ਹੋ ਜਾਂਦਾ ਹੈ। ਭੂਤ ਭਵਿੱਖੋਂ ਵਰਤਮਾਨ ਤੇਰੇ ਭਵਨ ਸੋਜੀ ਮਾਨ ਨਿਵਾਣੇ। ਫਿਰ ਉਸ ਗੁਰਸਿੱਖ ਨੂੰ ਭੂਤ ਦੀ ਵੀ ਸਾਰੀ ਜਾਣਕਾਰੀ ਹੋ ਜਾਂਦੀ, ਭਵਿੱਖ ਦੀ ਵੀ ਸਾਰੀ ਜਾਣਕਾਰੀ ਹੋ ਜਾਂਦੀ ਆ,
वर्तमान ਦੇ ਵੀ ਸਾਰਾ ਗਿਆਨ ਉਹਨੂੰ ਪ੍ਰਾਪਤ ਹੋ ਜਾਂਦਾ ਹੈ ਕਿ ਭੂਤ ਦੇ ਵਿੱਚ ਕੀ ਵਾਪਰਿਆ ਸੀ, ਭਵਿੱਖ 'ਚ ਕੀ ਵਾਪਰੇਗਾ ਤੇ ਵਰਤਮਾਨ ਦੇ ਵਿੱਚ ਕੀ ਵਾਪਰ ਰਿਹਾ ਹੈ। ਇਹ ਤੇਰੇ ਭਵਨ ਸੋਝੀ, ਤਿੰਨਾਂ ਭਵਨਾਂ ਦੀ ਉਹ ਸਿੱਖ ਨੂੰ ਸੋਝੀ ਸਤਿਗੁਰੂ ਕਰਾ ਦਿੰਦੇ ਹਨ। ਐਸੀ ਪ੍ਰੀਤ ਸਤਿਗੁਰੂ ਆਪਣੇ ਸਿੱਖ ਨਾਲ ਕਰਦੇ ਆ ਤੇ ਮਾਣ ਨਿਮਾਣੇ ਤੇ ਫਿਰ ਜਿਹੜੇ ਸਿੱਖ ਆ ਉਹ ਮਾਣ ਨਿਮਾਣੇ ਬਣ ਕੇ ਰਹਿੰਦੇ ਆ। ਉਹ ਆਪਣੇ ਆਪ ਦੇ ਵਿੱਚ ਹੰਕਾਰ ਨਹੀਂ ਕਰਦੇ, ਨਿਮਾਣਿਆਂ ਦੇ ਮਾਣ ਹੋ ਕੇ ਰਹਿੰਦੇ ਆ, ਨੀਵੇਂ ਹੋ ਕੇ ਰਹਿੰਦੇ ਆ। ਜਾਤੀ ਸੁੰਦਰ ਲੋਕ ਨਾ ਜਾਣੇ, ਕਹਿੰਦੇ ਇਸ ਤਰ੍ਹਾਂ ਦੀ ਸਿੱਖ ਦੀ ਜਾਤੀ ਹੁੰਦੀ ਆ, ਇਸ ਤਰ੍ਹਾਂ ਦੀ ਸੁੰਦਰ ਜਾਤੀ ਹੁੰਦੀ ਆ ਜਿਵੇਂ ਬਤਕ ਤੇ ਬੱਚਾ ਜਾਂ ਕੋਇਲ ਜਾਂ ਹੰਸਾਂ ਵਰਗੀ ਉਸ ਸਿੱਖ ਦੀ ਜਾਤੀ ਹੁੰਦੀ ਆ ਜਿਹੜਾ ਆਪਣੇ ਗੁਰੂ ਦੀ ਗੱਲ ਮੰਨ ਕੇ ਗੁਰੂ ਦੀ ਸੰਗਤ ਵਿੱਚ ਆ ਜਾਂਦਾ। ਇਸ ਤਰ੍ਹਾਂ ਦੀ ਸੁੰਦਰ ਜਾਤੀ ਹੈ ਉਹਨਾਂ ਲੋਕਾਂ ਦੀ, ਉਹਨਾਂ ਸਿੱਖਾਂ ਦੀ ਜਿਹੜੇ ਆਪਣੇ ਗੁਰੂ ਦੇ ਉੱਤੇ ਮਾਣ ਕਰਦੇ ਆ ਤੇ ਜਿਹੜਾ ਗੁਰੂ ਆਪਣੇ ਗੁਰਸਿੱਖਾਂ ਨੂੰ ਬਚਾਉਂਦਾ ਹੈ, ਜਿਹੜਾ ਗੁਰੂ ਆਪਣੇ ਗੁਰਸਿੱਖਾਂ ਨਾਲ ਪ੍ਰੀਤ ਕਰਕੇ ਆਪਣੇ ਸਿੱਖ ਨੂੰ ਜਿਹੜਾ ਹੈ ਕੁਸੰਗਤ ਦੇ ਵਿੱਚੋਂ ਵੀ ਕੱਢ ਕੇ ਤੇ ਫਿਰ ਸੰਗਤ ਦੇ ਵਿੱਚ ਮਿਲਾ ਦਿੰਦਾ ਹੈ। ਇਸ ਤਰ੍ਹਾਂ ਜਿਹੜਾ ਗੁਰੂ ਆਪਣੇ ਸਿੱਖ ਦੀ ਰੱਖਿਆ ਕਰਦਾ ਹੈ, ਐਸੀ ਪ੍ਰੀਤ ਜਿਹੜਾ ਗੁਰੂ ਵੀ ਆਪਣੇ ਸਿੱਖ ਨਾਲ ਕਰਦਾ ਹੈ। ਸੋ ਇਹ ਸੀ ਜੋ ਆਪਾਂ ਆਖਰੀ ਅਰਥ ਕੀਤੇ ਆ। ਹੁਣ ਜੋ ਭਾਈ ਮਨੀ ਸਿੰਘ ਜੀ ਨੇ ਵਿਚਾਰ ਦਿੱਤਾ ਹੈ ਉਹ ਮੈਂ ਆਪ ਜੀ ਨਾਲ ਸਾਂਝਾ ਕਰ ਦੇਵਾਂ। ਵਾਹਿਗੁਰੂ, ਭੁਲੇਖੇ ਨਾਲ ਗਲਤ ਹੋ ਗਿਆ, ਵਾਹਿਗੁਰੂ। ਮੈਂ ਫੇਰ ਚੇਂਜ ਕਰ ਦੇਵਾਂ। ਜਦੋਂ ਸਕਰੀਨਸ਼ਾਟ ਲਏ ਸੀ ਉਦੋਂ ਧਿਆਨ ਨਹੀਂ ਦਿੱਤਾ, ਭੁਲੇਖੇ ਦੇ ਨਾਲ ਮੈਂ ਸਕਰੀਨਸ਼ਾਟ ਜਿਹੜੇ ਗਲਤ ਲੈ ਬੈਠਾ, ਤਾਂ ਕਰਕੇ ਥੋੜਾ ਜਿਹਾ ਦਿੱਕਤ ਆਈ ਹੈ। ਸੋ ਉਹਨਾਂ ਚਿਰ ਆਪ ਜੀ ਇਹ ਮੂਲ ਪਾਠ ਜਿਹੜਾ ਇੱਕ ਵਾਰੀ ਪੜ੍ਹ ਲਓ, ਮੈਂ ਸਕਰੀਨਸ਼ਾਟ ਲੈ ਕੇ ਦੁਬਾਰਾ ਸ਼ੇਅਰ ਕਰ ਦਿੰਦਾ। ਵਾਹਿਗੁਰੂ। ਹਾਂਜੀ, ਸਤਿਗੁਰੂ ਵਾਹਿਗੁਰੂ। ਭਾਈ ਮਨੀ ਸਿੰਘ ਜੀ ਕਹਿੰਦੇ ਆ, ਕਹਿੰਦੇ ਹੋਰ ਜੋ ਗੁਰੂ ਹੈਨ ਪ੍ਰਥਮੇ ਹੀ ਸਿੱਖ ਦੇ ਕਹਿ ਸਿੱਖਾਂ ਨੂੰ ਘਰ-ਬਾਰ ਛਡਾਏ ਕੇ ਵਿਰਾਗ ਦੱਸਦੇ ਹਨ ਤੇ ਸਤਿਗੁਰਾਂ ਨੇ ਕਿਹਾ ਹੈ ਜੋ ਤੁਸੀਂ ਧਰਮ ਦੀ ਕਿਰਤ ਕਰਦੇ ਰਹੋ ਤੇ ਦੋਏ ਵੇਲੇ ਕਥਾ ਕੀਰਤਨ ਸੁਣਿਆ ਕਰੋ ਤਾਂ ਸਾਡੇ ਹਿਰਦੇ ਵਿੱਚ ਸਹਿਜੇ ਉਦਾਸੀ ਹੋਵੇਗੀ। ਜੈਸੇ ਕਛੂ ਨਦੀ ਵਿੱਚ ਹੁੰਦਾ ਹੈ, ਬੱਚੇ ਬ੍ਰਿਤੀ ਵਿੱਚ ਰੱਖਦਾ ਹੈ, ਆਪਣੀ ਦ੍ਰਿਸ਼ਟ ਕਰ ਪਰਪੱਖ ਕਰਕੇ ਨਦੀ ਵਿੱਚ ਲੈ ਆਉਂਦਾ ਹੈ, ਤੈਸੇ ਕਹਿੰਦੇ ਜਿਵੇਂ ਕਛੂ ਜਿਹੜਾ ਬੱਚੇ ਬ੍ਰਿਤੀ ਚ ਭਾਵ ਰੇਤ ਦੇ ਵਿੱਚ ਰੱਖ ਕੇ ਤੇ ਫਿਰ ਉਹਨਾਂ ਦੀ ਦ੍ਰਿਸ਼ਟੀ ਉਹਨਾਂ ਨੂੰ ਪਰਪੱਖ ਕਰਕੇ ਪਕਾ ਕੇ ਫਿਰ ਨਦੀ ਚ ਲੈ ਆਉਂਦਾ ਹੈ। ਜੈਸੇ ਤੈਸੇ ਕੂੰਜ ਬੱਚਿਆਂ ਨੂੰ ਸਿਮਰਦੀ ਰਹਿੰਦੀ ਹੈ, ਬੱਚੇ ਕੂੰਜ ਨੂੰ ਸਿਮਰਦੇ ਹਨ ਤਾਂ ਲੈ ਕੇ ਬੱਚਿਆਂ ਨੂੰ ਆਕਾਸ਼ ਵਿੱਚ ਉੱਡਦੀ। ਇਸੇ ਤਰ੍ਹਾਂ ਜਿਹੜਾ ਕੂੰਜ ਦਾ ਧਿਆਨ ਬੱਚਿਆਂ 'ਚ, ਬੱਚਿਆਂ ਦਾ ਧਿਆਨ ਕੂੰਜ ਵਿੱਚ ਰਹਿੰਦਾ ਹੈ, ਇਸੇ ਤਰ੍ਹਾਂ ਗੁਰੂ ਦੇ ਸਿੱਖ ਦਾ ਧਿਆਨ ਗੁਰੂ 'ਚ ਤੇ ਗੁਰੂ ਦਾ ਧਿਆਨ ਸਿੱਖ ਵਿੱਚ ਰਹਿੰਦਾ ਹੈ ਤੇ ਫਿਰ ਅੰਤ ਜਿਹੜਾ ਹੈ ਉਹ ਬੱਚਿਆਂ ਨੂੰ ਲੈ ਕੇ ਆਕਾਸ਼ 'ਚ ਉੱਡਦੀ ਆ। ਇਸੇ ਤਰ੍ਹਾਂ ਅੰਤ ਜਿਹੜਾ ਸਿੱਖ ਹੈ, ਗੁਰੂ ਹੈ, ਉਹ ਸਿੱਖ ਨੂੰ ਇਸੇ ਤਰ੍ਹਾਂ ਆਪਣੇ ਆਪ ਦੇ ਵਿੱਚ ਮਿਲਾ ਲੈਂਦਾ, ਆਪਣਾ ਰੂਪ ਕਰ ਲੈਂਦਾ ਹੈ। ਬੱਤਕ ਦੇ ਬੱਚੇ ਕੁਕੜੀ ਦੀਆਂ ਆਂਡਿਆਂ ਵਿੱਚ ਰਲਾਏ ਰੱਖਦੇ ਹਨ, ਜਾਂ ਬੱਚੇ ਟੁਰਨ ਵਾਲੇ ਹੁੰਦੇ ਹਨ ਤਾਂ ਬੱਤਕ ਪਾਸ ਆਏ ਕੇ ਬੋਲਦੀ ਹੈ ਤੇ ਬੱਚੇ ਬੱਤਕ ਦੇ ਨਾਲ ਲੱਗ ਤੁਰਦੇ ਹਨ ਤਾਂ ਉਹਨਾਂ ਦੇ ਨਾਲ ਕੁਕੜੀ ਦੇ ਬੱਚੇ ਵੀ ਲੱਗ ਤੁਰਦੇ ਹਨ ਤੇ ਮੁਰਗੀ ਪਿੱਛੇ ਲੱਗ ਜਾਂਦੀ ਹੈ। ਪਰ ਜਿੱਥੇ ਤਲਾਓ ਕੇ ਨਦੀ ਹੁੰਦੀ ਹੈ ਤਾਂ ਬੱਤਕ ਜਲ ਦੇ ਵਿੱਚ ਤੈਰਦੀ ਹੈ, ਬੱਚੇ ਬੱਤਕ ਦੇ ਵੀ ਠਿੱਲ ਪੈਂਦੇ ਹਨ ਤੇ ਮੁਰਗੀ ਦੇ ਬੱਚੇ ਮੁਰਗੀ ਫੇਰ ਆਏ ਕੇ ਕਲਰ ਫੁੱਲਣ ਲੱਗ ਜਾਂਦੇ ਹਨ। ਭਾਵ ਜਿਵੇਂ ਉਹ ਹੁੰਦੇ ਆ ਬੱਤਕ ਦੇ ਬੱਚੇ, ਉਹ ਤੇ ਜਾ ਕੇ ਤਲਾਬ ਦੇ ਵਿੱਚ ਰਲ ਜਾਂਦੇ ਆ, ਪਰ ਜਿਹੜੇ ਮੁਰਗੀ ਦੇ ਬੱਚੇ ਫੇਰ ਆ ਕੇ ਕਲਰ ਫੁੱਲਣ ਲੱਗ ਪੈਂਦੇ ਆ, ਫੇਰ ਉਹੀ ਵਿਸ਼ਟਾ ਖਾਣੇ ਸ਼ੁਰੂ ਕਰ ਦਿੰਦੇ ਆ। ਤੈਸੇ ਗੁਰੂ ਕੇ ਸਿੱਖ ਪਿਛਲੀਆਂ ਜਨਮਾਂ ਦਾ ਜਿਨ੍ਹਾਂ ਨੂੰ ਅਭਿਆਸ ਹੁੰਦਾ ਹੈ, ਸੇਵਕਾਂ ਦੇ ਤੇ ਮੀਰਾਂ ਦੇ ਮੁਰੀਦਾਂ ਦੇ ਘਰ ਜਨਮ ਲੈਂਦੇ ਹਨ।
ਪਰ ਜਿਸ ਵੇਲੇ ਗੁਰਮੁਖਾਂ ਨੂੰ ਮਿਲ ਕੇ ਸ਼ਬਦ ਸੁਣਦੇ ਹਨ ਤਾਂ ਉਹ ਵੀ ਚਰਨਾਮ੍ਰਿਤ ਲੈ ਕੇ ਸਿੱਖ ਹੁੰਦੇ ਹਨ ਤੇ ਸ਼ਬਦ ਸੁਣ ਕੇ ਅਵਿਦਿਆ ਦੀ ਨਦੀ ਨੂੰ ਤੈਰਦੇ ਹਨ। ਪਰ ਵਿਖਾਈ ਫੇਰ ਵਿਸ਼ਿਆਂ ਵਿੱਚ ਰਹਿੰਦੇ ਹਨ। ਕਹਿੰਦੇ ਕਿ ਜਿਹੜੇ ਗੁਰਸਿੱਖ ਹੁੰਦੇ ਆ ਉਹਨਾਂ ਦਾ ਪਿਛਲੇ ਜਨਮਾਂ ਦਾ ਅਭਿਆਸ ਹੁੰਦਾ ਹੈ, ਉਹ ਫਿਰ ਵੱਡੀਆਂ ਵੱਡੀਆਂ ਵੀਰਾਂ ਵਜ਼ੀਰਾਂ ਦੇ ਸੇਵਕਾਂ ਦੇ ਘਰਾਂ ਦੇ ਵਿੱਚ ਜਨਮ ਲੈ ਲੈਂਦੇ ਆ ਤੇ ਫਿਰ ਉਸ ਤੋਂ ਬਾਅਦ ਜਦੋਂ ਕਿਤੇ ਉਹਨਾਂ ਨੂੰ ਕੋਈ ਗੁਰਸਿੱਖ ਮਿਲਦਾ ਹੈ ਤੇ ਉਹ ਫਿਰ ਸ਼ਬਦ ਸੁਣਦੇ ਆ ਗੁਰਮੁਖਾਂ ਦੇ ਥਾਈਂ। ਗੁਰਮੁਖਾਂ ਦੇ ਕੋਲੋਂ ਸ਼ਬਦ ਸੁਣ ਕੇ ਫਿਰ ਉਹਨਾਂ ਦੇ ਕੋਲ ਚਰਨਾਮ੍ਰਿਤ ਲੈ ਕੇ ਤੇ ਫਿਰ ਉਹ ਵੀ ਸ਼ਬਦ ਸੁਣ ਕੇ ਆਪਣੀ ਅਵਿਦਿਆ ਦੀ ਨਦੀ ਨੂੰ ਤੈਰਦੇ ਆ ਤੇ ਫਿਰ ਉਹ ਰਹਿੰਦੇ ਤੇ ਉਹਨਾਂ ਦੇ ਵਿੱਚ ਹੀ, ਪਰਿਵਾਰਾਂ ਦੇ ਵਿੱਚ ਹੀ, ਪਰ ਆਪਣੇ ਆਪ ਨੂੰ ਜਿਹੜਾ ਹੈ ਉਹਨਾਂ ਤੋਂ ਵੱਖ ਗਿਣਦੇ ਆ, ਨਾਮ ਸਿਮਰਨ ਕਰਦੇ ਆ, ਭਜਨ ਬੰਦਗੀ ਕਰਦੇ ਆ। ਵਿਖਾਈ ਫੇਰ ਵਿਖਿਆਂ ਵਿੱਚ ਹੀ ਰਹਿੰਦੇ ਹਨ, ਰਹਿੰਦੇ ਉਹਨਾਂ ਦੇ ਵਿੱਚ ਹੀ, ਪਰ ਜਿਹੜਾ ਹੈ ਉਹਨਾਂ ਤੋਂ ਨਿਰਮੋਲ ਹੋ ਜਾਂਦੇ, ਭਾਵ ਉਹਨਾਂ ਤੋਂ ਵੱਖ ਹੋ ਜਾਂਦੇ। ਕੋਇਲ ਆਂਡੇ ਆਪਣੇ ਕਾਮਣੀ ਦੇ ਆਲੇ ਵਿੱਚ ਪਾਏ ਜਾਂਦੀ ਹੈ, ਪਰ ਜਾਂ ਬੱਚੇ ਉੱਡਣ ਵਾਲੇ ਹੁੰਦੇ ਹਨ ਤਾਂ ਪਾਸ ਆਣ ਬੋਲਦੀ ਹੈ, ਤਾਂ ਕੋਇਲ ਦੀ ਬੋਲੀ ਪਛਾਣ ਕਰ ਉਸਦੇ ਬੱਚੇ ਕੋਇਲ ਨੂੰ ਜਾਏ ਮਿਲਦੇ ਹਨ। ਤੈਸੇ ਗੁਰੂ ਕੇ ਸਿੱਖ ਸ਼ਬਦ ਸੁਣ ਕੇ ਸਿੱਖਾਂ ਨੂੰ ਜਾਏ ਮਿਲਦੇ ਹਨ। ਇਸੇ ਤਰ੍ਹਾਂ ਜਿਹੜੇ ਗੁਰੂ ਦੇ ਸਿੱਖ ਆ ਉਹ ਸ਼ਬਦ ਸੁਣ ਕੇ ਜਾ ਕੇ ਸਤ ਸੰਗਤ ਦੇ ਵਿੱਚ ਬੈਠ ਜਾਂਦੇ ਆ। ਜਿਵੇਂ ਹੰਸਾਂ ਦੇ ਬੱਚੇ ਬਗਲਿਆਂ ਨਾਲ ਉੱਡ ਕੇ ਹੋਰਨਾਂ ਸਰਾਂ ਤੇ ਜਾਂਦੇ ਹਨ, ਉੱਥੇ ਉਹਨਾਂ ਦੀ ਚੂਕ ਨਹੀਂ ਹੁੰਦੀ, ਫਿਰ ਮਾਨ ਸਰੋਵਰ ਤੇ ਮੋਤੀ ਆਣ ਚੁਗਦੇ ਹਨ। ਤੈਸੇ ਗੁਰੂ ਕੇ ਸਿੱਖ ਵਿਖਿਆਂ ਦੀ ਸੰਗਤ ਤੇ ਆ ਕੇ ਫੇਰ ਸ਼ਬਦ ਗੁਰੂ ਦਾ ਸੁਣ ਕੇ ਕਾ ਸੁਣ ਕੇ ਪ੍ਰਸੰਨ ਹੁੰਦੇ ਹਨ। ਉਹਨਾਂ ਨੂੰ ਉੱਥੇ ਜਾ ਕੇ ਫਿਰ ਕੋਈ ਸੰਗਤ ਨਹੀਂ ਮਿਲਦੀ ਵਿਸ਼ਿਆਂ ਵਿਕਾਰਾਂ ਦੇ ਵਿੱਚ, ਫਿਰ ਵਾਪਸ ਆ ਕੇ ਗੁਰੂ ਦਾ ਸ਼ਬਦ ਹੀ ਸੁਣ ਕੇ ਪ੍ਰਸੰਨ ਹੁੰਦੇ ਆ ਜਦੋਂ ਗੁਰੂ ਕਿਰਪਾ ਕਰਦਾ। ਤੈਸੇ ਸਤਿਗੁਰਾਂ ਨੇ ਸਾਧ ਸੰਗਤ ਬਣਾਈ ਦਿੱਤੀ ਹੈ। ਇਸੇ ਤਰ੍ਹਾਂ ਸਤਿਗੁਰਾਂ ਨੇ ਸਾਧ ਸੰਗਤ ਬਣਾਈ ਹੈ। ਨਿਤ ਸਿੱਖ ਗਿਆਨ ਧਿਆਨ ਸਿਮਰਨ ਕਰਦੇ ਹਨ, ਵਿੱਚੇ ਮਾਇਆ ਦੇ ਉਹਨਾਂ ਨੂੰ ਉਦਾਸੀ ਆਮਦੀ ਹੈ। ਤੈਸੇ ਫਲ ਸਰੋਵਰ ਦੀ ਰਸ ਪੀ ਕੇ ਪਰਪੱਕ ਹੋ ਕੇ ਨਿਆਰਾ ਹੋ ਜਾਂਦਾ ਹੈ। ਜੈਸੇ ਫਲ ਸਰੋਵਰ ਦੀ ਰਸ ਪੀ ਕੇ ਵਾਹਿਗੁਰੂ ਸਰੋਵਰ ਦੀ ਰਸ ਪੀ ਕੇ ਪਰਪੱਕ ਹੋ ਕੇ ਨਿਆਰਾ ਹੋ ਜਾਂਦਾ ਹੈ, ਤੈਸੇ ਗੁਰੂ ਕਾ ਸਿੱਖ ਸ਼ਬਦ ਸੁਣ ਕੇ ਸਿੱਖ ਜਗਤ ਤੋਂ ਉਦਾਸ ਰਹਿੰਦਾ ਹੈ। ਭੂਤ ਭਵਿੱਖ ਵਰਤਮਾਨ ਤਿਹਾਂ ਕਾਲਾਂ ਦੀ ਸਿੱਖਾਂ ਨੂੰ ਸੋਝੀ ਹੁੰਦੀ ਹੈ ਤੇ ਆਪ ਨੂੰ ਜਨਾਮਦੇ ਨਹੀਂ, ਨਿਮਾਣੇ ਹੋ ਕੇ ਵਰਤਦੇ ਹਨ। ਉਹ ਜਾਤੀ ਸੁੰਦਰ ਹੈ, ਪਿਛਲਿਆਂ ਜਨਮਾਂ ਦੀ ਸੋਝੀ ਰੱਖਦੇ ਹਨ ਪਰ ਲਖਾਉਂਦੇ ਨਹੀਂ। ਸੋ ਇਸ ਤਰ੍ਹਾਂ ਕਰਕੇ ਭਾਈ ਮਨੀ ਸਿੰਘ ਜੀ ਕਹਿੰਦੇ ਆ ਕਿ ਜਿਹੜਾ ਸਿੱਖ ਆ ਉਹ ਜੇ ਸਤ ਸੰਗਤ ਤੋਂ ਦੂਰ ਚਲਾ ਜਾਵੇ ਤੇ ਫਿਰ ਉਹ ਵਾਪਸ ਸਤ ਸੰਗਤ ਵਿੱਚ ਆਣ ਰਲਦਾ ਹੈ ਤੇ ਸਤ ਸੰਗਤ ਦੇ ਵਿੱਚ ਉਹਨੂੰ ਜਿਹੜਾ ਗਿਆਨ ਸਿਮਰਨ ਧਿਆਨ ਪ੍ਰਾਪਤ ਹੁੰਦਾ ਹੈ, ਮਾਇਆ ਤੋਂ ਉਦਾਸ ਹੋ ਜਾਂਦਾ ਹੈ ਤੇ ਉਹ ਫਿਰ ਰਸ ਪੀ ਕੇ ਸ਼ਬਦ ਦਾ ਤੇ ਫਿਰ ਜਗਤ ਤੋਂ ਉਦਾਸ ਹੋ ਜਾਂਦੇ ਆ। ਉਹਨਾਂ ਨੂੰ ਤਿੰਨਾਂ ਕਾਲਾਂ ਦੀ ਭੂਤ ਭਵਿੱਖ ਵਰਤਮਾਨ ਦੀ ਸੋਝੀ ਹੋ ਜਾਂਦੀ ਹੈ ਤੇ ਆਪਾਂ ਨਹੀਂ ਜਣਾਉਂਦੇ। ਤੇ ਇਹ ਜਿਹੜੀ ਜਾਤੀ ਹੈ ਨਾ ਸਿੱਖਾਂ ਦੀ, ਇਹ ਬੜੀ ਸੁੰਦਰ ਜਾਤੀ ਹੈ ਜਿਹਦੇ ਵਿੱਚ ਸਿੱਖ ਰਹਿ ਕੇ ਸਤ ਸੰਗਤ ਰੂਪੀ ਜਾਤੀ ਹੈ, ਜਿੱਥੇ ਰਹਿ ਕੇ ਸਿੱਖ ਨਾਮ ਸਿਮਰਨ ਦਾ ਅਭਿਆਸ ਕਰਦੇ ਆ। ਉਹ ਹੋਰ ਤਰ੍ਹਾਂ ਦੀ ਕਿਸੇ ਸੰਗਤ ਦੇ ਵਿੱਚ ਨਹੀਂ ਜਾਂਦੇ। ਜੇ ਚਲੇ ਜਾਣ ਤੇ ਗੁਰੂ ਐਸੀ ਕਿਰਪਾ ਕਰਦਾ ਹੈ ਉਹਨਾਂ ਨੂੰ ਵਾਪਸ ਮੋੜ ਲਿਆਉਂਦਾ ਹੈ। ਸੋ ਆਪਾਂ ਸਾਧ ਸੰਗਤ ਅੱਜ ਇਹ ਜੋ ਹੈ 2 ਪੌੜੀਆਂ ਵਿਚਾਰੀਆਂ ਹਨ, ਜਿਹਦੇ ਵਿੱਚ ਭਾਈ ਸਾਹਿਬ ਨੇ ਦੱਸਿਆ ਹੈ ਕਿ ਸਿੱਖ ਦੀ ਗੁਰੂ ਦੇ ਨਾਲ ਕਿਵੇਂ ਦੀ ਪ੍ਰੀਤ ਹੁੰਦੀ ਹੈ ਤੇ ਗੁਰੂ ਆਪਣੇ ਸਿੱਖ ਦੇ ਨਾਲ ਕਿੰਨੀ ਪ੍ਰੀਤ ਤੇ ਕਿਵੇਂ ਦੀ ਪ੍ਰੀਤ ਕਰਦਾ ਹੈ। ਸੋ ਆਪਾਂ ਇਹ ਜੋ ਵਿਚਾਰਿਆ ਹੈ ਇੱਥੇ ਆਪਾਂ ਸਮਾਪਤੀ ਕਰਦੇ, ਸਮਾਂ ਵਧੀਕ ਹੋ ਗਿਆ ਹੈ। ਤੇ ਹੁਣ ਮੈਂ ਆਪ ਜੀ ਨੂੰ ਬੇਨਤੀ ਕਰਾਂ ਕਿ ਆਪ ਜੀ ਦਾ ਜੇ ਕੁਛ ਪੁੱਛਣਾ ਹੈ ਆਪ ਜੀ ਨੇ ਤੇ ਆਪ ਜੀ ਪੁੱਛ ਸਕਦੇ ਹੋ। ਮੈਂ ਆਪ ਜੀ ਦੇ ਮਾਈਕ ਦੀ ਆਪਸ਼ਨ ਔਨ ਕਰ ਦਿੱਤੀ ਹੈ ਤੇ ਆਪ ਜੀ ਮਾਈਕ ਔਨ ਕਰਕੇ ਪੁੱਛ ਸਕਦੇ। ਠੀਕ ਹੈ ਵਾਹਿਗੁਰੂ ਜੀ, ਫਿਰ ਕਰੀਏ ਸਮਾਪਤੀ, ਸਮਾਂ ਵਧੇਰੇ ਹੋ ਗਿਆ ਹੈ। ਸੋ ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀ। ਇਸੇ ਤਰ੍ਹਾਂ ਸ਼ਾਮ ਦੀ ਕਲਾਸ ਦੇ ਵਿੱਚ ਆਪਾਂ ਆਨੰਦ ਸਾਹਿਬ ਦੀ ਬਾਣੀ ਵਿਚਾਰ ਰਹੇ ਹਾਂ ਤੇ ਇਸੇ ਤਰ੍ਹਾਂ ਆਪ ਜੀ ਨੇ ਜੁੜਨ ਦੀ ਕਿਰਪਾਲਤਾ ਕਰਨੀ। ਬਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।